ਗੁਰੂ ਨਾਨਕ ਪਾਦ ਪੰਕਜ ਪਾਦ ਬੰਦਨ ਸਿਮਰੋ ਅੰਗਦ ਗੁਰ ਅਮਰਦਾਸ ਹਿਰਦੈ ਨਿਤ ਧਿਆਵੋ ਹਿਰਦੈ ਸ਼੍ਰੀ ਗੁਰੂ ਰਾਮਦਾਸ ਗੁਰੂ ਅਰਜਨ ਬਿਘਨਨ ਨਾਸਕ ਬਿਘਨਨ ਕੀ ਨਾਸਕ ਹਰ ਗੋਬਿੰਦ ਸ਼ੁਭ ਮਤ ਸ਼੍ਰੀ ਹਰਿ ਰਾਏ ਨਮੋ ਕਰ ਜੋਰੀ ਨਮੋ ਸ਼੍ਰੀ ਹਰਿ ਕ੍ਰਿਸ਼ਨ ਮਨਾਉ ਤੇਗ ਬਹਾਦਰ ਪਰਮ ਸਤਿਗੁਰ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਜੀ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸਾ ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ ਹੈ। ਬੇਗਨ ਬਿਨਾਸਨ ਸੋਏ। ਦੋਹਰਾ ਕੀਰਤਪੁਰ ਕੋ ਉਲੰਘ ਕੇ ਪੁਨ ਆਏ ਨਿਰਮੋਹ। ਮੁਗਲ ਪਠਾਨਨ ਆਏ ਕੈ ਲਰੇ ਲਖਿਓ ਤਬ ਧਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਨੌਵੇਂ ਪਾਤਸ਼ਾਹ ਧੰਨ 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 ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਇਆਨਿਧ ਸਵਾਮੀ ਜੀ ਦੇ ਪਾਵਨ ਪਵਿੱਤਰ ਇਤਿਹਾਸਕ ਸਥਾਨ ਤੇ ਹਾਜ਼ਰੀਆਂ ਭਰ ਕੇ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਸਾਹਿਬੇ ਕਮਾਲ ਪੰਥ ਦੇ ਵਾਲੀ ਦੇ ਗੁਰ ਤੇ ਕੇ ਧਨੀ ਸਤਿਗੁਰੂ ਪਿਤਾ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਆਸਥਾ ਤੇ ਸਤਿਕਾਰ ਸਹਿਤ ਮਨਾ ਰਹੇ ਹੋ। ਅੱਜ ਪੋਹ ਸੁਦੀ 7ਵੀਂ ਦਾ ਦਿਨ ਹੈ। ਅੱਜ ਦੇ ਦਿਨ ਹੀ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਅਵਤਰਤ ਹੋਏ, ਪ੍ਰਗਟ ਹੋਏ, ਪ੍ਰਕਾਸ਼ ਧਾਰਨ ਕੀਤਾ। ਮੇਰੇ ਗੁਰਦੇਵ ਨੇ ਆਪਣੇ ਪ੍ਰਕਾਸ਼ ਦੀ ਇਹ ਸਾਰੀ ਕਥਾ ਸਵੈ ਜੀਵਨੀ ਵਿੱਚ ਆਪ ਆਪਣੀ ਕਲਮ ਨਾਲ ਲਿਖੀ। ਮੁਰਪਿਤ ਪੂਰਬ ਕੀਸ ਪਿਆਨਾ ਭਾਂਤ ਭਾਂਤ ਕੇ ਤੀਰਥ ਨਾਨਾ। ਜਬ ਹੀ ਜਾਤ ਤ੍ਰਿਵੇਣੀ ਭਏ ਪੁਨ ਦਾਨ ਦਿਨ ਕਰਤ ਬਿਤਾਏ। ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਬਿਖੈ ਭਵ ਲਹਿਓ। मदर देश हमको ले आए भांत भांत दाइयन दुलराए।
ਕੀਨੀ ਅਨਕ ਭਾਂਤ ਤਨ ਰੱਛਾ, ਦੀਨੀ ਭਾਂਤ ਭਾਂਤ ਕੀ ਸਿੱਛਾ। ਜਬ ਹਮ ਕਰਮ ਧਰਮੋ ਆਏ, ਦੇਵ ਲੋਕ ਤਬ ਪਿਤਾ ਸਿਧਾਏ। ਇਹ ਬਚਨ ਮਹਾਰਾਜ ਗੁਰੂ ਕਲਗੀਧਰ ਸਵਾਮੀ ਜੀ ਨੇ ਲਿਖੇ ਨੇ, ਔਰ ਆਪਣੇ ਅਵਤਾਰ ਦਾ ਕਾਰਨ ਵੀ ਮੇਰੇ ਸਾਹਿਬ ਨੇ ਲਿਖਿਆ। ਯਾਹੀ ਕਾਜ ਧਰਾ ਹਮ ਜਨਮੰ, ਸਮਝ ਲਿਓ ਸਾਧੂ ਸਭ ਮਨ ਮੰਗ। ਇਹ ਸਾਧੂ ਜਨੋ, ਇਸ ਗੱਲ ਨੂੰ ਆਪਣੇ ਹਿਰਦੇ 'ਚ ਜਾਣ ਲਓ। ਇਸੇ ਕੰਮ ਵਾਸਤੇ ਅਸੀਂ ਪ੍ਰਕਾਸ਼ ਧਾਰਨ ਕੀਤਾ ਹੈ। ਸੰਤ ਉਭਾਰਨ, ਮਹਾਂਪੁਰਸ਼ਾਂ ਸਾਧੂਆਂ ਨੂੰ ਉਭਾਰਨ ਵਾਸਤੇ, ਤੇ ਦੁਸ਼ਟ ਉਪਾਰਨ, ਦੁਸ਼ਟਾਂ ਤੇ ਦੋਖੀਆਂ ਦੀਆਂ ਜੜ੍ਹਾਂ ਪੁੱਟਣ ਵਾਸਤੇ। ਕਲਗੀਆਂ ਵਾਲੇ ਪਾਤਸ਼ਾਹ ਜੀ ਮਹਾਰਾਜ ਜੀ ਕਹਿੰਦੇ ਅਸੀਂ ਪ੍ਰਕਾਸ਼ ਧਾਰਨ ਕੀਤਾ, ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਏ। ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦੇ ਗ੍ਰਹਿ ਵਿਖੇ ਸਤਿਕਾਰਯੋਗ ਮਾਤਾ ਗੁਜਰੀ ਜੀ ਦੇ ਉਦਰ ਤੋਂ, ਜਿਨ੍ਹਾਂ ਬਾਬਤ ਖੁਦ ਗੁਰੂ ਕਲਗੀਧਰ ਜੀ ਲਿਖਦੇ ਨੇ, ਤਾਤ ਮਾਤ ਮੁਰ ਅਲਖ ਅਰਾਧਾ, ਬਹੁ ਜੋਗ ਸਾਧਨਾ ਸਾਧਾ, ਤਿਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਮਾਤਾ ਔਰ ਪਿਤਾ ਜੀ ਨੇ ਅਲਖ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਦੀ ਆਰਾਧਨਾ ਕੀਤੀ ਤੇ ਪਾਰ ਬ੍ਰਹਮ ਗੁਰਦੇਵ ਜੀ ਤਿਨਾਂ ਤੇ ਪ੍ਰਸੰਨ ਹੋਏ ਤੇ ਸਾਡਾ ਅਵਤਾਰ ਤਿਨਾਂ ਦੇ ਗ੍ਰਹਿ ਵਿਖੇ ਹੋਇਆ। ਜਿਸ ਵਕਤ ਗੁਰਦੇਵ ਜੀ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਅਵਤਰਤ ਹੋਏ, ਉਸ ਵੇਲੇ ਜਿਹੜੀਆਂ ਰੱਬੀ ਰੂਹਾਂ ਸਨ, ਉਹਨਾਂ ਨੇ ਮਹਿਸੂਸ ਕੀਤਾ। ਇੱਕ ਪੀਰ ਜੀ ਇੱਥੇ ਆਪਣੇ ਨੇੜੇ ਰਹਿਣ ਵਾਲੇ ਕੁੜਾਮ ਨਗਰ ਦੇ, ਇੱਥੇ ਬੈਠਿਆਂ ਮਹਿਸੂਸ ਕੀਤਾ, ਅਨੁਭਵ ਕੀਤਾ। ਮੁਸਲਮਾਨ ਮਜ਼ਹਬ ਦੇ ਨਾਲ ਸੰਬੰਧਿਤ ਨੇ ਸੈਯਦ ਭੀਖਣ ਸ਼ਾਹ ਜੀ। ਅੱਜ ਸਵੇਰੇ ਅੰਮ੍ਰਿਤ ਵੇਲੇ ਦੀ ਜਿਹੜੀ ਨਮਾਜ਼ ਹੈ, ਉਹ ਚੜ੍ਹਦੇ ਵਾਲੇ ਪਾਸੇ ਪੂਰਬ ਦਿਸ਼ਾ ਨੂੰ ਮੁੱਖ ਕਰਕੇ ਪੜ੍ਹ ਰਹੇ ਨੇ। ਮੁਰੀਦਾਂ ਨੇ ਪੁੱਛਿਆ, ਐਸਾ ਕੀ ਕੀਤਾ ਆਪ ਜੀ ਨੇ, ਤਾਂ ਕਾਫਰ ਇੱਧਰ ਨੂੰ ਮੱਥਾ ਟੇਕਦੇ ਨੇ। ਆਖਿਆ, ਨਾ ਭਾਈ, ਜਿਸ ਖੁਦਾ ਨੂੰ, ਅਕਾਲ ਪੁਰਖ ਨੂੰ ਅਸੀਂ ਪੱਛਮ ਦਿਸ਼ਾ ਵਿੱਚ ਮੰਨਦੇ ਹਾਂ, ਅੱਜ ਉਹ ਪ੍ਰਤੱਖ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਤ ਹੋਏ ਨੇ, ਮੈਂ ਉਹਨਾਂ ਨੂੰ ਸਜਦਾ ਕਰਦਾ। ਉਧਰ 9ਵੇਂ ਪਾਤਸ਼ਾਹ ਜੀ ਅਸਾਮ ਵੱਲ ਸਨ, ਉੱਥੇ ਵੀ ਅੰਮ੍ਰਿਤ ਵੇਲੇ ਇੱਕ ਮਹਾਂਪੁਰਸ਼ ਨੇ ਅਨੁਭਵ ਕੀਤਾ ਤੇ 9ਵੇਂ ਪਾਤਸ਼ਾਹ ਨੂੰ ਆ ਕੇ ਵਧਾਈ ਦਿੱਤੀ। ਹਾਲੇ ਗੁਰੂ ਸਾਹਿਬ ਕੋਲ ਸੁਨੇਹਾ ਪਹੁੰਚਣਾ ਸੀ। ਮਹਾਰਾਜ ਵਧਾਈ ਹੋਵੇ, ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਮੈਂ ਇੱਥੇ ਬੈਠੇ ਅਨੁਭਵ ਕੀਤਾ ਹੈ ਉਹਨਾਂ ਦੀਆਂ ਉਸ ਮਹਾਨ ਤਰੰਗਾਂ ਨੂੰ, ਜਿਨ੍ਹਾਂ ਦੇ ਅਵਤਾਰ ਦੇ ਨਾਲ ਉਹ ਸਾਰੇ ਸੰਸਾਰ ਵਿੱਚ, ਸਾਰੇ ਵਿਸ਼ਵ ਦੇ ਵਿੱਚ ਫੈਲੀਆਂ ਹਨ। ਸਾਧਕਾਂ ਦੀ ਸੁਰਤ ਇਤਨੀ ਸੂਖਸ਼ਮ ਹੋ ਜਾਂਦੀ ਹੈ ਗੁਰੂ ਖਾਲਸਾ ਜੀ, ਇਤਨੀ ਸੂਖਸ਼ਮ ਕਿ ਸੂਖਮ ਮੰਡਲ ਦੇ ਵਰਤਾਰੇ ਵਿੱਚ ਕਿਤੇ ਕੀ ਵਰਤ ਰਿਹਾ ਹੈ, ਉਹ ਕੋਹਾਂ ਤੇ ਮੀਲਾਂ ਤੇ ਬੈਠੇ ਆਪਣੇ ਹਿਰਦੇ 'ਚ ਮਹਿਸੂਸ ਕਰ ਲੈਂਦੇ ਹਨ। ਅੱਖੀ ਬਾਝੋਂ ਵੇਖਣਾ, ਬਿਨ ਕੰਨਾਂ ਸੁਣਨਾ, ਇਹ ਸੂਖਮ ਮੰਡਲ ਦਾ ਵਰਤਾਰਾ ਹੈ। ਸਾਹਿਬ ਜੀ ਦਾ ਨਾਮਕਰਨ 9ਵੇਂ ਪਾਤਸ਼ਾਹ ਤਿਨਾਂ ਦੇ ਅਵਤਾਰ ਤੋਂ ਪਹਿਲਾਂ ਹੀ ਕਰ ਗਏ ਸਨ। ਅਸਾਮ ਜਾਣ ਵੇਲੇ ਕਹਿ ਗਏ ਸਨ, ਜਿਸ ਬਾਲਕ ਦਾ ਜਨਮ ਹੋਣਾ ਉਹਨਾਂ ਦਾ ਨਾਮ ਗੋਬਿੰਦ ਰਾਏ ਜੀ ਰੱਖਣਾ ਹੈ। ਉਹ ਗੋਬਿੰਦ ਤੋਂ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਤੋਂ ਉਤਪੰਨ ਹੋਏ ਨੇ, ਇਸ ਕਰਕੇ ਉਹਨਾਂ ਦਾ ਹੀ ਸਵਰੂਪ ਨੇ। ਗੋ ਨਾਮ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੀ ਹੈ ਨਾ ਗੋਬਿੰਦ, ਉਹਨਾਂ ਤੋਂ ਪੈਦਾ ਹੋਏ। ਉਹਨਾਂ ਨੇ ਆਪ ਕਿਹਾ, ਮੈਂ ਆਪਣਾ ਸੁਤ ਤੋਹੇ ਨਿਵਾਜਾ, ਪੰਥ ਪ੍ਰਚਰ ਕਰਬੇ ਕੋ ਸਾਜਾ। ਉਹਨਾਂ ਦਾ ਨਾਮ ਗੋਬਿੰਦ ਰਾਏ ਰੱਖਣਾ। ਨਾਮਕਰਨ ਹੋਇਆ। ਬਚਪਨ ਦੇ ਅਨੇਕਾਂ ਚੋਜ ਸ੍ਰੀ ਪਟਨਾ ਸਾਹਿਬ ਦੀ ਧਰਤੀ ਤੇ ਬਾਲਾ ਪ੍ਰੀਤਮ ਸਾਹਿਬ ਨੇ ਕੀਤੇ। ਪਟਨਾ ਸਾਹਿਬ ਦੀ ਧਰਤੀ ਤੇ ਅੱਜ ਵੀ ਜਦੋਂ ਅਸੀਂ ਦਰਸ਼ਨ ਕਰੀਏ, ਉੱਥੇ ਮੇਰੇ ਸਾਹਿਬ ਨੂੰ ਬਾਲਾ ਪ੍ਰੀਤਮ ਨਾਂ ਦੇ ਨਾਲ ਸੰਬੋਧਨ ਕੀਤਾ ਜਾਂਦਾ। ਕਿਉਂ? ਕਿਉਂਕਿ ਉੱਥੇ ਸਾਹਿਬ ਨੇ ਬਾਲ ਲੀਲਾ ਕੀਤੀ, ਬਾਲ ਚੋਜ ਕੀਤੇ ਹਨ। ਸਾਹਿਬ ਦੇ ਉਹਨਾਂ ਬਾਲ ਚੋਜਾਂ ਦੇ ਵਿੱਚ ਵੀ ਬੜੇ ਬੜੇ ਡੂੰਘੇ ਸੰਦੇਸ਼ ਨੇ। ਕਦੇ ਰਾਣੀ ਮੈਣੀ ਨੂੰ ਨਿਹਾਲ ਕਰਦੇ ਨੇ,
ਕਦੇ ਪੰਡਿਤ ਸ਼ਿਵਦੱਤ ਦੇ ਉੱਤੇ ਕਿਰਪਾ ਦ੍ਰਿਸ਼ਟੀ ਕਰਕੇ ਉਹਨੂੰ ਕਿਰਤਾਰਥ ਕਰਦੇ ਨੇ। ਔਰ ਇਸੇ ਤਰ੍ਹਾਂ ਸਮੇਂ ਦਾ ਨਵਾਬ ਜੋ ਉਸ ਵੇਲੇ ਪਟਨਾ ਸਾਹਿਬ 'ਚ ਹਕੂਮਤ ਕਰਦਾ ਸੀ, ਜਿਸ ਵਕਤ ਉਹ ਆਪਣੇ ਹਾਥੀ ਤੇ ਸਵਾਰ ਹੋਇਆ ਲੰਘਿਆ ਜਾਂਦਾ ਹੈ, 5 ਕੁ ਬਰਸ ਦੀ ਉਮਰ 'ਚ ਗੁਰੂ ਕਲਗੀਧਰ ਜੀ ਆਪਣੇ ਨਾਲ ਦੇ ਹਾਣੀ ਸਾਥੀਆਂ ਨਾਲ ਖੇਡਦੇ ਗਲੀ ਵਿੱਚ ਵਿਚਰ ਰਹੇ ਸਨ। ਅੱਗੇ ਸਿਪਾਹੀ ਕਹਿੰਦੇ ਜੀ ਮੱਥਾ ਟੇਕੋ, ਨਵਾਬ ਸਾਹਿਬ ਦੀ ਸਵਾਰੀ ਆ ਰਹੀ ਹੈ। ਕਲਗੀਧਰ ਪਾਤਸ਼ਾਹ ਜੀ ਨੇ ਨਾਲ ਦੇ ਸਾਥੀਆਂ ਨੂੰ ਕਿਹਾ, ਨਾ ਬਈ ਜਰਵਾਣਿਆਂ ਤੇ ਜ਼ਾਲਮਾਂ ਅੱਗੇ ਸੀਸ ਨਹੀਂ ਝੁਕਾਈ ਦੇ, ਇਹ ਜਰਵਾਣੇ ਨੇ। ਮਹਾਰਾਜ ਕੀ ਕਰੀਏ? ਆਖਿਆ ਇਹਨੂੰ ਚੜਾਓ। ਉਹ ਜਿੰਨੇ ਨਾਲ ਦੇ ਬਾਲਕ ਸਾਥੀ, ਕੋਈ ਜੀਭਾਂ ਕੱਢੇ, ਕੋਈ ਦੰਦਾਂ ਨਾਲ ਕਚੀਚੀਆਂ ਵੱਟੇ, ਕੋਈ ਨੱਕਾਂ ਨੂੰ ਮਰੋੜੇ। ਨਵਾਬ ਵੇਖ ਕੇ ਕਹਿੰਦਾ, ਇਹ ਕੀ ਬਾਂਦਰਾਂ ਵਾਂਗੂ ਬੱਚੇ ਕਰਦੇ ਆ, ਬਾਂਦਰਾਂ ਵਾਂਗੂ। ਕਲਗੀਧਰ ਪਾਤਸ਼ਾਹ ਜੀ ਕੋਲੋਂ ਬੋਲੇ ਨਵਾਬ ਨੂੰ ਕੜਕਵੀਂ ਆਵਾਜ਼ ਵਿੱਚ ਜਵਾਬ ਦਿੰਦੇ ਆ। ਇਹ ਮਹਾਰਾਜ ਜੀ ਦੀ ਪਹਿਲੀ ਆਵਾਜ਼ ਸੀ ਜਿਹੜੀ ਬੁਲੰਦ ਹੋਈ ਜ਼ੁਲਮ ਦੇ ਖਿਲਾਫ। ਗਰੀਬ ਨਵਾਜ ਪਾਤਸ਼ਾਹ ਕਹਿਣ ਲੱਗੇ, ਐ ਨਵਾਬ, ਜਿਨ੍ਹਾਂ ਨੂੰ ਤੂੰ ਕਹਿਣਾ ਵੀ ਇਹ ਬਾਂਦਰਾਂ ਵਾਂਗੂ ਸ਼ਕਲਾਂ ਬਣਾਉਂਦੇ ਆ, ਬਾਨਰ ਦੱਸਣਾ ਹੈ, ਇਹ ਆਉਣ ਵਾਲੇ ਸਮੇਂ ਦੇ ਹਿੰਦੁਸਤਾਨ ਦੇ ਰਾਜੇ ਨੇ, ਬਾਦਸ਼ਾਹ ਨੇ, ਤੁਹਾਡੇ ਕੋਲ ਰਾਜ ਖੋਣਗੇ। इन गरीब सिखन को देहों पातशाही, याद करें हमारी गुरियाई। ये पातशाहियां दे मालक होणगे। कलगियां वाले पातशाह जी महाराज जी नूं वेख के नवाब हैरान होया। नाल दा वजीर उहने टाला कीता, कहंदा नवाब साहब बच्चे ने इन्हां दा की रंज करना, चलो चलीए। बाल लीला दे अनेकां चोजां दे दौरान गंगा नूं पवित्र कीता। हालांकि नदियां होर भी वगदियां ने, इस गंगा नूं पवित्र करके गुरुद्वारा कंगण घाट साहब ते खलो के जदों कंगण सुटदे है ते माता जी नूं जाके सेवादार ने दस्सिया, पुछया जी कित्थे सुटिया कंगण? दूजे हथ चों भी वगा के मार के सुट के कहंदे आ, माता ओ थां ते सुटिया। हैरान सन, एक ही लीला है। महाराज जी दे त्याग दी सब तो वड्डी निशानी सी कि कलगियां वाले पातशाह ज कंगण त्याग रहे ने, एदा दान कर रहे ने। आउण वाले समय च इन्हां ने सरबंस दान करना है। गंगा विचों भेंट कीते हुए कंगण दरअसल संकेत सी कि हिंदुस्तान दी ਜਿਹੜੀ ਇਹ ਧਰਤੀ ਹੈ, ਜਿਸ ਧਰਤੀ ਦੇ ਉੱਤੇ 700 ਸਾਲ ਤੋਂ ਲੋਕਾਂ ਨੇ, ਬਾਹਰਲੇ ਹਮਲਾਵਰਾਂ ਨੇ ਆ ਕਰਕੇ ਕਬਜ਼ਾ ਕੀਤਾ, ਇਹਨੂੰ ਗੁਲਾਮ ਕੀਤਾ ਹੋਇਆ। ਇਹਨਾਂ ਦੇ ਹੱਥਾਂ ਦੇ ਵਿੱਚ ਗੁਲਾਮੀ ਦੀਆਂ ਬੇੜੀਆਂ ਪਾਈਆਂ ਹੋਈਆਂ ਨੇ। ਇਹ ਗੁਲਾਮੀ ਦੀਆਂ ਬੇੜੀਆਂ ਲਾ ਕੇ ਮੈਂ ਇਸ ਭਾਰਤ ਖੰਡ ਦੀ ਭੂਮੀ ਦੇ ਹੱਥਾਂ ਦੇ ਵਿੱਚ ਆਜ਼ਾਦੀ ਤੇ ਸੁਤੰਤਰਤਾ ਦੇ ਕੰਗਣ ਪਹਿਨਾਉਣ ਵਾਸਤੇ ਆਇਆ ਹਾਂ। ਇਹ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੀ ਬਾਲ ਲੀਲਾ ਦੇ ਚੋਜ ਨੇ, ਜਿਨ੍ਹਾਂ ਦੇ ਵਿਦਵਾਨਾਂ ਨੇ ਆਪੋ ਆਪਣੇ ਢੰਗ ਨਾਲ ਵੱਖੋ ਵੱਖਰੇ ਤਰੀਕਿਆਂ ਨਾਲ ਅੰਦਾਜ਼ੇ ਲਾਏ ਨੇ, ਪਰ ਮੇਰੇ ਸਾਹਿਬ ਸੱਚੀ ਪਾਤਸ਼ਾਹ ਦੀਆਂ ਸਿਫਤਾਂ ਬੇਅੰਤ ਨੇ। ਪਟਨਾ ਸਾਹਿਬ ਦੀ ਧਰਤੀ ਤੋਂ ਗਰੀਬ ਨਵਾਜ ਦਇਆਨੰਦ ਸਵਾਮੀ ਸਾਹਿਬ ਸੱਚੀ ਪਾਤਸ਼ਾਹ ਜਿਸ ਵਕਤ ਪੰਜਾਬ ਦੀ ਧਰਤੀ ਨੂੰ ਆਏ ਨੇ, ਰਾਣੀ ਮੈਣੀ ਨੂੰ ਕਿਰਤਾਰਥ ਕਰਦੇ ਹਨ। ਆ ਕੇ ਕਹਿੰਦੀ, ਮਹਾਰਾਜ ਮੇਰੀ ਗੋਦ 'ਚ ਬਹਿ ਕੇ ਤੁਸੀਂ ਕਿਹਾ ਸੀ, ਮਾਤਾ ਅਸੀਂ ਤੇਰੇ ਪੁੱਤਰ ਹੀ ਆ, ਸਾਨੂੰ ਹੀ ਪੁੱਤਰ ਕਰਕੇ ਸਮਝ ਲੈ, ਜਾਣ ਲੈ, ਤੇ ਅੱਜ ਮਾਂ ਨੂੰ ਛੱਡ ਕੇ ਜਾ ਰਹੇ ਹੋ, ਮੈਂ ਦਰਸ਼ਨ ਕਿਵੇਂ ਕਰਾਂਗੀ? ਮੇਰੇ ਸਾਹਿਬ ਦਇਆ ਦ੍ਰਿਸ਼ਟੀ ਵਿੱਚ ਆਏ ਰਾਣੀ ਬਸੰਬਰਾ ਦੇਵੀ ਮੈਣੀ ਨੂੰ ਕਹਿੰਦੇ, ਰਾਣੀ ਮੈਣੀ ਗੁਰਦੁਆਰਾ ਬਾਲ ਲੀਲਾ ਸਾਹਿਬ ਵਾਲੇ ਅਸਥਾਨ ਤੇ ਜਿੱਥੇ ਮਾਤਾ ਮੈਣੀ ਦਾ, ਰਾਣੀ ਬਸੰਬਰਾ ਦੇਵੀ ਦਾ ਨਿਵਾਸ ਸੀ, ਆਖਿਆ ਰੋਜ਼ ਬਾਲਕ ਉੱਥੇ ਖੇਡਿਆ ਕਰਨਗੇ, ਉਹਨਾਂ ਨੂੰ ਘੁੰਗਣੀਆਂ ਬਣਾ ਕੇ ਚਕਾਇਆ ਕਰੀ ਛੋਲਿਆਂ ਦੀਆਂ ਰਿੰਨ ਕੇ। ਜਿਸ ਵੇਲੇ ਤਿਨਾਂ ਨੂੰ ਘੁੰਗਣੀਆਂ ਚਕਾਵੇਂਗੀ ਉਹ ਬਾਲਕ ਖੇਡਣਗੇ, ਉਹਨਾਂ ਵਿੱਚੋਂ ਤੈਨੂੰ ਸਾਡੇ ਵੀ ਖੇਡਦਿਆਂ ਦੇ ਦਰਸ਼ਨ ਹੋਇਆ ਕਰਨਗੇ। ਰਾਣੀ ਮੈਣੀ ਸਾਰੀ ਜ਼ਿੰਦਗੀ ਜਿੰਨੀ ਦੇਰ ਤੱਕ ਜੀਵਤ ਰਹੀ, ਉਸਨੇ ਇਸ ਮਰਿਆਦਾ ਦਾ ਪਾਲਣ ਕੀਤਾ। ਪਾਲਣ ਹੀ ਨਹੀਂ ਕੀਤਾ, ਬਕਾਇਦਾ ਕਲਗੀਧਰ ਦੇ ਬਚਨਾਂ ਅਨੁਸਾਰ
ਉਹਨਾਂ ਖੇਡਦੇ ਹੋਏ ਬਾਲਕਾਂ ਵਿੱਚੋਂ ਕਲਗੀਧਰ ਦੀ ਮੂਰਤ ਦੇ ਦੀਦਾਰ ਕਰਦੀ ਰਹੀ। ਪਟਨਾ ਸਾਹਿਬ ਦੇ ਪ੍ਰੇਮੀਆਂ ਆਖਿਆ, ਮਹਾਰਾਜ ਅਸੀਂ ਤੁਹਾਡੇ ਦਰਸ਼ਨ ਕਰਕੇ ਕੰਮਾਂ ਕਾਰਾਂ ਨੂੰ ਨਿਕਲਦੇ ਹਾਂ, ਹੁਣ ਕਿਵੇਂ ਦਰਸ਼ਨ ਕਰਾਂਗੇ? ਆਖਿਆ ਇਹ ਪੰਘੂੜਾ ਸਾਡੀ ਨਿਸ਼ਾਨੀ ਇੱਥੇ ਰੱਖ ਲਓ, ਇਹਦੇ ਵਿੱਚ ਆ ਕੇ ਜਦੋਂ ਵੇਖਿਆ ਕਰੋਗੇ ਤੁਹਾਨੂੰ ਸਾਡੇ ਬਾਲ ਸਰੂਪ ਦੇ ਦਰਸ਼ਨ ਹੋਇਆ ਕਰਨਗੇ। ਆਪਣੇ ਤੀਰ ਆਪਣੇ ਨਾਲ ਦੇ ਸਾਥੀਆਂ ਨੂੰ ਦੇ ਕੇ ਕਹਿੰਦੇ ਐ, ਇਹਨਾਂ ਤੀਰਾਂ ਨੂੰ ਇੱਥੇ ਰੱਖ ਲਓ, ਇਹਨਾਂ ਤੀਰਾਂ ਵਿੱਚੋਂ ਤੁਹਾਨੂੰ ਸਾਡੇ ਦਰਸ਼ਨ ਹੋਣਗੇ। ਨਾਲ ਦੇ ਸਾਥੀਆਂ ਨੂੰ ਉਹ ਬੜਾ ਪਿਆਰਾ ਛੰਦ ਮੇਰੇ ਹਿਰਦੇ ਨੂੰ ਬੜਾ ਪਿਆਰਾ ਹੈ, ਮੈਂ ਅਕਸਰ ਸੰਗਤ ਵਿੱਚ ਸਾਂਝਾ ਕਰਦਾ, ਅੰਮ੍ਰਿਤ ਵੇਲੇ ਦੀ ਕਥਾ ਵਿੱਚ ਵੀ ਸਾਂਝਾ ਕੀਤਾ ਹੈ। ਉਹ ਤੋਤਲੀ ਬਾਣੀ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਸਵਾਮੀ ਜੀ ਨੂੰ ਬੇਨਤੀ ਕਰਦਿਆਂ ਕਹਿੰਦੇ ਆ, ਮਹਾਰਾਜ ਜੀ ਨੂੰ ਕਹਿਣ ਲੱਗੇ ਅੱਗੋਂ ਆ ਕੇ, ਮਹਾਰਾਜ ਜੀ ਦੇ ਹਾਣੀ ਬਾਲਕ ਸਾਹਿਬ ਜੀ ਦੇ ਮਿੱਤਰ ਨੇ, ਇਹ ਉਹੀ ਨੇ ਜਿਹੜੇ ਦੁਸ਼ਟ ਦਮਨ ਦੇ ਰੂਪ ਵਿੱਚ ਗੁਰੂ ਕਲਗੀਧਰ ਜੀ ਜਿਸ ਵੇਲੇ ਤਪ ਕਰ ਰਹੇ ਸਨ, ਨਾਲੇ ਵੀ ਤਪਸਵੀ ਬਣ ਕੇ ਸਾਧਨਾ ਕਰਦੇ ਰਹੇ ਨੇ। ਕਲਗੀਧਰ ਦੇ ਹੁਕਮ ਨਾਲ ਹੀ ਆਏ ਹਨ। ਪੂਰਬਲੇ ਜਨਮਾਂ ਦੀ ਤਪੱਸਿਆ ਦਾ ਫਲ ਹੈ ਕਿ ਗੁਰਦੇਵ ਨਾਲ ਬਾਲ ਲੀਲਾ ਦੇ ਵਿੱਚ ਸਤਿਗੁਰਾਂ ਦੇ ਦਰਸ਼ਨ ਕਰਦੇ ਰਹੇ। 3-3, 4-4, 5-5 ਸਾਲ ਦੀ ਉਮਰ ਦੇ ਬਾਲਕ ਤੋਤਲੀ ਬੋਲੀ ਵਿੱਚ ਆ ਕੇ ਗੁਰੂ ਕਲਗੀਧਰ ਜੀ ਨੂੰ ਬੇਨਤੀ ਕਰਦਿਆਂ ਕਹਿੰਦੇ ਹਨ, ਅਸਾਂ ਤਿਛ ਦੇ ਨਾਲ ਹੁਣ ਥੇਦਣਾ ਹੈ, ਸਾਨੂੰ ਦੱਸ ਕੇ ਗੱਲ ਦਰਕਾਰ ਜਾਓ। ਮਹਾਰਾਜ ਅਸੀਂ ਹੁਣ ਕਿਹਦੇ ਨਾਲ ਖੇਡਾਂਗੇ? ਇਹ ਸੱਚੀ ਸਰਕਾਰ ਜੀ ਸਾਨੂੰ ਦੱਸ ਕੇ ਤਾਂ ਜਾਓ। ਕਹਿਣਾ ਤੇ ਸੀ ਨਾ, ਅਸਾਂ ਕਿਸ ਦੇ ਨਾਲ ਹੁਣ ਖੇਡਣਾ ਹੈ, ਸਾਨੂੰ ਦੱਸ ਕੇ ਗੱਲ ਸਰਕਾਰ ਜਾਓ। ਤੋਤਲੀ ਭਾਸ਼ਾ 'ਚ ਕਹਿੰਦੇ ਅਸਾਂ ਤਿਛ ਦੇ ਨਾਲ ਹੁਣ ਥੇਦਣਾ ਹੈ, ਸਾਨੂੰ ਦੱਸ ਕੇ ਗੱਲ ਦਰਕਾਰ ਜਾਓ। ਦਥਾ ਦੋਦਿਆਂ ਦਾ ਤੁੱਤ ਜਾਵਣਾ ਏ, ਤੁਸੀਂ ਪਤਨਿਓ ਨਾ ਦਥੇਦਾਰ ਦਾਓ। ਕਹਿਣਾ ਤੇ ਸੀ ਵੀ ਜਥਾ ਯੋਧਿਆਂ ਦਾ ਟੁੱਟ ਜਾਵਣਾ ਏ, ਤੁਸੀਂ ਪਟਨਿਓ ਨਾ ਜਥੇਦਾਰ ਜਾਓ। ਮਹਾਰਾਜ ਜਥੇ ਬਣਾਉਂਦੇ ਸੀ ਨਾ ਜਦੋਂ ਖੇਡਦੇ ਸਨ, ਜਲ ਦੇ ਵਿੱਚ ਜਲ ਕ੍ਰੀੜਾ ਕਰਦੇ ਆ, 2 ਜਥੇ ਬਣਾ ਕੇ ਬੁਛਾੜਾਂ ਮਾਰਨੀਆਂ, ਜਲ ਦੀਆਂ ਜੰਗ ਕਰਨਾ। ਜਿਹੜੇ ਜਥੇ ਵੱਲ ਕਲਗੀਧਰ ਸਵਾਮੀ ਨੇ ਖਲੋਣਾ ਉਹ ਜਥੇ ਦੀ ਜਿੱਤ ਹੋਣੀ। ਇਹ ਸੰਕੇਤ ਸੀ ਕਿ ਜਿਸ ਪਾਸੇ ਅਸੀਂ ਖੜੇ ਹਾਂ ਉਹਨਾਂ ਦੀ ਜਿੱਤ ਅਵਸ਼ ਹੈ, ਉਹਨਾਂ ਦੀ ਵਿਜੈ ਅਵਸ਼ ਹੈ। ਸਮੇਂ ਦੀਆਂ ਸਰਕਾਰਾਂ ਜ਼ਾਲਮਾਨਾ ਵਰਤੀਰਾ ਕਰਕੇ ਜਦੋਂ ਉਹ ਆਪਣਾ ਜ਼ੁਲਮ ਵਾਲਾ ਤਾਣ ਸੰਸਾਰ ਦੇ ਜੀਵਾਂ ਦੇ ਉੱਤੇ, ਗਰੀਬ ਤੇ ਮਜ਼ਲੂਮ ਲੋਕਾਂ ਦੇ ਉੱਤੇ ਵਰਤਾਉਂਦੀ ਹੈ, ਤਾਂ ਉਸ ਗਰੀਬ ਵਾਲੇ ਪਾਸਿਓਂ ਅਕਾਲ ਪੁਰਖ ਦੀ ਸ਼ਕਤੀ ਨਾਲ ਵਰਤਦੀ ਹੈ ਔਰ ਜਰਵਾਣਿਆਂ ਦੀਆਂ ਨੱਕਾਂ 'ਚ ਨਕੇਲ ਪੈਂਦੀ ਹੈ। ਕਲਗੀਆਂ ਵਾਲੇ ਪ੍ਰੀਤਮ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿੰਦੇ, ਮਹਾਰਾਜ ਨਾ ਜਾਓ ਛੱਡ ਕੇ, ਤੁਹਾਡਾ ਇਹ ਜਥਾ ਯੋਧਿਆਂ ਦਾ ਟੁੱਟ ਜਾਣਾ, ਜਾਂ ਫਿਰ ਨਾਲ ਲਈ ਲਓ, ਨਹੀਂ ਲਓ ਇੱਥੇ ਧੱਤਾ ਵਿੱਚ ਦੰਦਾ ਨਹੀਂ ਮਾਰਦਾ। ਕਹਿਣਾ ਤੇ ਸੀ ਵੀ ਜਾਂ ਤਾਂ ਨਾਲ ਲੈ ਜਾਓ ਜਾਂ ਇੱਥੇ ਰਹੋ, ਜਾਂ ਨਾਲ ਲੈ ਚੱਲੋ ਜਾਂ ਇੱਥੇ ਰਹੋ। ਜੇ ਨਾਲ ਵੀ ਨਹੀਂ ਲੈ ਕੇ ਜਾਣਾ ਤੇ ਇੱਥੇ ਵੀ ਨਹੀਂ ਰਹਿਣਾ, ਆਪ ਜੀ ਨੇ ਜਾਣਾ ਹੀ ਜਾਣਾ, ਤੇ ਫਿਰ ਸਾਡੇ ਤੇ ਇੱਕ ਤਰਸ ਕਰੋ, ਸਾਨੂੰ ਗੰਗਾ 'ਚ ਧੱਕਾ ਮਾਰ ਜੋ, ਤੁਹਾਡੇ ਬਿਨਾਂ ਅਸੀਂ ਜਿਉਂਦੇ ਨਹੀਂ ਰਹਿ ਸਕਦੇ। ਨਾਲੇ ਲਈ ਲਓ, ਨਹੀਂ ਲਓ ਇੱਥੇ ਧੱਤਾ ਵਿੱਚ ਦੰਦਾ ਨਹੀਂ ਮਾਰਦਾ। ਜਦੋਂ ਏਦਾਂ ਬੇਨਤੀਆਂ ਕਰਦੇ ਨੇ ਮੇਰੇ ਸਾਹਿਬ ਗੁਰੂ ਕਲਗੀਧਰ ਜੀ ਫਿਰ ਜਵਾਬ ਦੇਣ ਲੱਗੇ ਨੇ, ਬਾਣੀ ਤੋਤਲੀ ਸੁਣੀ ਜਾਂ ਸਾਥੀਆਂ ਦੀ, ਜਾਣੀ ਜਾਣ ਦਾ ਗਲਾ ਵੀ ਭਰਿਆ ਆ। ਤੀਰ ਵੇਖ ਮੇਰੇ ਵੇਖ ਲਿਓ ਮੈਨੂੰ, ਐਵੇਂ ਰੋ ਰੋ ਹੌਸਲਾ ਢਾਇਓ ਨਾ। ਇੱਕ ਇੱਕ ਨੂੰ ਰੱਖ ਸਾਂ ਦਿਲ ਅੰਦਰ, ਕਦੇ ਤੁਸੀਂ ਵੀ ਦਿਲੋਂ ਵਿਸਾਰਿਓ ਨਾ। ਤੀਰ ਵੇਖ ਮੇਰੇ ਵੇਖ ਲਿਓ ਮੈਨੂੰ, ਐਵੇਂ ਰੋ ਰੋ ਹੌਸਲਾ ਢਾਇਓ ਨਾ। ਆਖਿਆ ਮੇਰੇ ਤੀਰ ਪੱਥੇ ਚੋਂ ਕੱਢ ਕੇ ਦਿੰਦੇ, ਅੱਜ ਵੀ ਪਏ ਪਟਨਾ ਸਾਹਿਬ ਦਰਸ਼ਨ ਕਰਾਉਂਦੇ ਆ ਉੱਥੇ ਜਥੇਦਾਰ ਸਾਹਿਬ। ਆਹ ਤੀਰ ਵੇਖਿਓ, ਇਹਨਾਂ ਵਿੱਚੋਂ ਤੁਹਾਨੂੰ ਮੇਰੇ ਦਰਸ਼ਨ ਹੋਣਗੇ। ਮੈਂ ਇੱਕ ਇੱਕ ਨੂੰ ਚੇਤੇ ਰੱਖਾਂਗਾ ਤੁਹਾਨੂੰ, ਤੁਸੀਂ ਵੀ ਦਿਲੋਂ ਨਾ ਭੁਲਾਇਓ। ਹੋ ਜਾਓ ਤਗੜੇ, ਜਵਾਨ ਹੋ ਜਾਓ।
ਇਹਨਾਂ ਤੀਰਾਂ ਨੂੰ ਵੇਖ ਕੇ ਸ਼ਸਤਰਧਾਰੀ ਹੋ ਕੇ ਮੇਰੇ ਕੋਲ ਆ ਜਿਓ, ਰਲ ਕੇ ਭਾਰਤ ਖੰਡ ਦੀ ਭੂਮੀ ਦੀਆਂ ਗਲ ਵਿੱਚ ਪਈਆਂ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜਾਂਗੇ ਤੇ ਜੰਗ ਯੁੱਧ ਲੜਾਂਗੇ। ਪਟਨਾ ਸਾਹਿਬ ਤੋਂ ਮਹਾਰਾਜ ਜੀ ਪੰਜਾਬ ਦੀ ਭੂਮੀ ਤੇ ਆਏ। ਇੱਥੇ ਆਣ ਕੇ ਮੇਰੇ ਸਾਹਿਬ ਨੇ 14 ਜੰਗਾਂ ਲੜੀਆਂ। ਉਹ ਕਥਾ ਆਪ ਜੀ ਲੜੀਵਾਰ ਸਰਵਣ ਕਰ ਰਹੇ ਹੋ। ਹਰ ਜੰਗ ਦੇ ਵਿੱਚ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੀ ਜਿੱਤ ਹੋਈ ਹੈ। ਚਾਹੇ ਉਹ ਭੰਗਾਣੀ ਦਾ ਜੰਗ ਹੈ, ਚਾਹੇ ਉਹ ਨਦੌਣ ਦਾ ਜੰਗ ਹੈ, ਚਾਹੇ ਆਲਸੂਨ ਦਾ ਜੰਗ ਹੈ, ਚਾਹੇ ਉਹ ਨੂੰਹ ਪਿੰਡ ਦਾ, ਚਾਹੇ ਉਹ ਬਜਰੂੜ ਦਾ ਹੈ, ਚਾਹੇ ਉਹ ਚਮਕੌਰ ਦਾ ਜੰਗ, ਚਾਹੇ ਉਹ ਮੁਕਤਸਰ ਸਾਹਿਬ ਦਾ ਜੰਗ ਹੈ। ਸਾਰੀਆਂ ਜੰਗਾਂ 'ਚ ਮਹਾਰਾਜ ਜੀ ਨੇ ਫਤਿਹ ਪ੍ਰਾਪਤ ਕੀਤੀ ਔਰ ਦੁਨੀਆ ਦੇ ਸਾਰਿਆਂ ਮਜ਼ਹਬਾਂ 'ਚੋਂ, ਪੰਥਾਂ 'ਚੋਂ ਨਰਾਲਾ ਪੰਥ ਖਾਲਸਾ ਪੰਥ ਮਹਾਰਾਜ ਜੀ ਨੇ ਸਾਜਿਆ। ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਸਿਫਤਾਂ ਕਿੰਨੀਆਂ ਕੁ ਕਰੀਏ, ਸਾਡੀਆਂ ਕਰੋੜਾਂ ਜ਼ਿੰਦਗੀਆਂ ਮੁੱਕ ਜਾਣ। ਕਲਗੀਧਰ ਪਾਤਸ਼ਾਹ ਦੀ ਸਿਫਤ ਕਰਦਿਆਂ ਦਿਨ ਰਾਤ ਨਿਰੰਤਰ ਇੱਕ ਰਸ, ਬਿਨਾਂ ਕਿਸੇ ਨਾਗੇ ਤੋਂ, ਇੱਕ ਨਹੀਂ ਅਰਬਾਂ ਖਰਬਾਂ ਸਾਡੀਆਂ ਸਾਰੀਆਂ ਜ਼ਿੰਦਗੀਆਂ ਬੀਤ ਜਾਣ ਗੁਰੂ ਕਲਗੀਧਰ ਦੀਆਂ ਸਿਫਤਾਂ ਕਰਦਿਆਂ। ਮਹਾਰਾਜ ਜੀ ਦੀਆਂ ਸਿਫਤਾਂ ਦਾ ਅੰਤ ਨਹੀਂ ਪੈ ਸਕਦਾ। करतार की सुगंध है, नानक की कसम है, हो जितनी भी तारीफ गोविंद की वो कम है। कह दो कि गोविंद का सानी ही कोई नहीं है। महाराज श्री गुरु गोबिंद सिंह साहब सच्चे पातशाह, वह प्रगटे मर्द अगम्मड़ा, वरियाम अकेला, वाहो वाहो गोबिंद सिंह आपे गुर चेला। वह गुरु गोबिंद होए प्रगटे हो 10वें अवतारा, श्री गुरु गोबिंद सिंह साहब जी महाराज 10वें गुरु नानक साहब हन। ऐसे दीन दयाल कृपालू सतगुरु जिन्हां बाबत महाकवि कविराज भाई संतोख सिंह साहब लिखते हैं, छाए जाती एकता अनेकता बिलाए जाती होवती कुचीलता कतेबन कुरान की, पाप ही परपक जाते धर्म तसक जाते बरन घरक जाते साहित्य विधान की, देवी देव दोहरे संतोख सिंह दूर होते रीत मिट जाती कथा वेदन पुराण की। श्री गुरु गोविंद सिंह पावन परम सूर, मूरत न होती जो पै करुणा निधान की। जे श्री गुरु गोबिंद सिंह साहब जी ना हुंदे ते जितने मंदिर दिवरे अज नजर आउंदे ने कुछ नहीं सन होने। ये धर्म ग्रंथां दीयां कथावां हो रहीआं हन, ये नहीं सी होणीआं। ये गुरु कलगीधर पातशाह जी महाराज जी की कृपा सदका है। ऐसे दीन दयाल सतगुरु, बाजां वाले चोजी प्रीतम सतगुरु, वाहो वाहो गोबिंद सिंह जी, 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 वाहो वाहो गोबिंद सिंह जी। आपे गुर चेला, 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 आपे गुर चेला। धन श्री गुरु गोबिंद सिंह साहब जी महाराज, जिन्हां साडे सारे गरीबां ते निमाणियां ने ताणियां ते सिर ते हथ धरिया,
ਸਿਰ ਤੇ ਹੱਥ ਧਰ ਕੇ ਕਹਿੰਦੇ ਆ, ਜਿਨ ਕੀ ਜਾਤ ਕੁਲ ਕੇ ਮਾਹੀ, ਸਿਰਦਾਰੀ ਪੀ ਨਹੀਂ ਕਦਾਹੀ, ਇਹ ਨਹੀਂ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਐਸੇ ਬਾਜਾਂ ਵਾਲੇ ਚੋਜੀ ਪ੍ਰੀਤਮ ਗੁਰੂ ਕਲਗੀਧਰ ਪਾਤਸ਼ਾਹ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਸਮੂਹ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ, ਸਮੁੱਚੇ ਗੁਰੂ ਖਾਲਸੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ। ਅੱਜ ਸਾਡੇ ਪਿਤਾ ਗੁਰਦੇਵ ਦਸਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਹਾੜਾ ਹੈ। ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਦੇ ਪੁੱਤ ਧੀਆਂ ਬਣੀਏ ਭਾਈ, ਜਿਹੜੇ ਹਾਲੇ ਨਹੀਂ ਬਣੇ। ਖੰਡੇ ਦੀ ਪਹੁਲ ਛਕਣ ਵਾਲਾ ਹੀ ਗੁਰਸਿੱਖ ਗੁਰੂ ਕਲਗੀਧਰ ਪਾਤਸ਼ਾਹ ਨੂੰ ਪਿਆਰਾ ਲੱਗਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਦੇ ਪੁੱਤ ਧੀਆਂ ਬਣ ਕੇ ਗੁਰਦੇਵ ਦੇ ਕੋਲੋਂ ਬਖਸ਼ਿਸ਼ ਦੇ ਪਾਤਰ ਬਣੋ। ਦੀਨ ਦਿਆਲ ਸਤਿਗੁਰੂ ਜੀ ਸ੍ਰੀ ਆਨੰਦਪੁਰ ਸਾਹਿਬ ਦਾ ਜੰਗ ਲੜ ਰਹੇ ਨੇ। ਆਨੰਦਪੁਰ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਛੱਡ ਕੇ ਟੁਰੇ ਨੇ। 5 ਤੇ 6 ਪੋਹ ਦੀ ਵਿਚਾਲੀ ਰਾਤ ਹੈ। ਮਹੀਨਾ ਭਰ ਪਹਿਲਾਂ ਆਪਾਂ ਉਹ ਸਾਰੇ ਦਿਨਾਂ ਨੂੰ ਸਿਮਰਤੀ ਚ ਲਿਆਂਦਾ ਸੀ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ 6 ਤੇ 7 ਪੋਹ ਦੀ ਵਿਚਾਲੀ ਰਾਤ ਨੂੰ ਜਿਸ ਵੇਲੇ ਟੁਰੇ ਨੇ, ਵਿਦਵਾਨਾਂ ਨੇ ਆਨੰਦਪੁਰ ਸਾਹਿਬ ਦੇ ਛੱਡਣ ਦਾ ਪ੍ਰਸੰਗ ਖਾਸ ਕਰਕੇ ਡਾਕਟਰ ਭਾਈ ਵੀਰ ਸਿੰਘ ਜੀ ਨੇ ਇਤਨੇ ਕਮਾਲ ਦਾ ਲਿਖਿਆ, ਉਹ ਗੁਰਸਿੱਖਾਂ ਨੂੰ ਪੜ੍ਹਨਾ ਚਾਹੀਏ। ਪੱਥਰ ਦਿਲ ਬੰਦਾ ਵੀ ਜਦੋਂ ਸ੍ਰੀ ਆਨੰਦਪੁਰ ਸਾਹਿਬ ਦੇ ਛੱਡਣ ਦਾ ਪ੍ਰਸੰਗ ਡਾਕਟਰ ਭਾਈ ਵੀਰ ਸਿੰਘ ਹੋਣਾ ਦਾ ਲਿਖਿਆ ਪੜ੍ਹਦਾ ਤਾਂ ਉਹਦੇ ਨੇਤਰਾਂ ਦੇ ਵਿੱਚੋਂ ਵੀ ਨੀਰ ਦੀਆਂ ਫੁਹਾਰਾਂ ਵਹਿ ਟੁਰਦੀਆਂ। ਚੱਲੇ ਨੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ ਜੀ ਮਹਾਰਾਜ ਜੀ ਦੇ ਨਾਲ ਨੇ। ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਸਾਹਿਬਜ਼ਾਦਿਆਂ ਦੇ ਖਿਡਾਵੇ ਹਨ। ਬਾਬਾ ਅਜੀਤ ਸਿੰਘ ਜੀ ਘੋੜੇ ਤੇ ਸਵਾਰ ਮੁੜ ਮੁੜ ਕੇ ਪਿੱਛੇ ਵੇਖਦੇ ਨੇ। ਭਾਈ ਚੌਪਾ ਸਿੰਘ ਜੀ ਪੁੱਛਦੇ ਹਨ, ਲਾਲ ਜੀ ਕੀ ਵੇਖਦੇ ਹੋ ਮੁੜ ਮੁੜ ਪਿੱਛੇ? ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੋਲੇ, ਬਾਪੂ ਜੀ ਵੇਖਦਾ ਹਾਂ ਜਿਸ ਆਨੰਦਪੁਰ ਸਾਹਿਬ ਦੇ ਸ਼ਾਹੀ ਮਹੱਲਾਂ 'ਚ ਸਾਡਾ ਬਚਪਨ ਬੀਤਿਆ ਹੈ, ਜਿੱਥੇ ਅਸੀਂ ਪਿਤਾ ਗੁਰੂ ਦੀ ਗੋਦ ਦਾ ਨਿੱਘ ਮਾਣਿਆ, ਜਿਸ ਥਾਂ ਤੇ ਬਚਪਨ ਬੀਤਿਆ ਹੋਵੇ ਉਹ ਥਾਂ ਬੜੀ ਪਿਆਰੀ ਹੁੰਦੀ ਹੈ। ਮੈਂ ਸੋਚਦਾ ਹਾਂ ਕਿ ਇਸ ਆਨੰਦਪੁਰ ਸਾਹਿਬ ਵਿੱਚ ਦੁਬਾਰਾ ਵੀ ਮੁੜ ਕੇ ਸਾਡਾ ਆਉਣਾ ਹੋਵੇਗਾ ਕਿ ਨਹੀਂ। ਭਾਈ ਚੌਪਾ ਸਿੰਘ ਜੀ ਦੇ ਕੋਲ ਕੋਈ ਜਵਾਬ ਨਹੀਂ ਸੀ, ਤਾਂ ਹੀ ਨਿਕਲੀ। ਕਲਗੀਧਰ ਸਵਾਮੀ ਜੀ ਨੇ ਪੁੱਛਿਆ, ਕੀ ਗੱਲ ਹੈ ਚੌਪਾ ਸਿੰਘ ਜੀ? ਆਖਿਆ, ਮਹਾਰਾਜ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਕੁਝ ਪੁੱਛਦੇ ਨੇ। ਮੇਰੇ ਕੋਲ ਇਹਨਾਂ ਦੇ ਸਵਾਲ ਦਾ ਕੋਈ ਜਵਾਬ ਨਹੀਂ ਹੈ। ਤੁਸੀਂ ਤਰਕਾਲਦਰਸ਼ੀ ਹੋ, ਜਾਣਦੇ ਹੋ ਆਉਣ ਵਾਲੇ ਸਮੇਂ ਵਿੱਚ ਵੀ ਕੀ ਹੋਣਾ। ਤੁਸੀਂ ਜਵਾਬ ਦੇ ਸਕਦੇ ਹੋ। ਕੀ ਪੁੱਛਦੇ ਨੇ? ਪੁੱਛਦੇ ਨੇ ਕਿ ਜਿਸ ਆਨੰਦਪੁਰ ਸਾਹਿਬ 'ਚ ਸਾਡਾ ਬਚਪਨ ਬੀਤਿਆ ਹੈ, ਕਿ ਉਸ ਆਨੰਦਪੁਰ ਸਾਹਿਬ ਦੇ ਵਿੱਚ ਸਾਡਾ ਦੁਬਾਰਾ ਆਉਣਾ ਹੋਵੇਗਾ। ਕਲਗੀਧਰ ਸਵਾਮੀ ਜੀ ਅਸਚਰਜ ਦੇ ਰੰਗ ਵਿੱਚ ਰੰਗੇ ਬੋਲੇ। ਆਖਿਆ, ਹਾਂ ਚੌਪਾ ਸਿੰਘ ਜੀ ਆਇਆ ਕਰਾਂਗੇ, ਅਸੀਂ ਵੀ ਆਇਆ ਕਰਾਂਗੇ, ਸਾਡੇ ਚਾਰੇ ਸਾਹਿਬਜ਼ਾਦੇ ਵੀ ਆਇਆ ਕਰਨਗੇ, ਸ਼ਹੀਦੀ ਫੌਜਾਂ ਸਭ ਹਾਜ਼ਰ ਹੋਇਆ ਕਰਨਗੀਆਂ। ਮਹਾਰਾਜ ਕਦੋਂ ਆਇਆ ਕਰੋਗੇ? ਮਹਾਰਾਜ ਜੀ ਕਹਿੰਦੇ, ਜੁਗਾਂ ਜੁਗਾਂ ਤਾਈਂ, ਜਦੋਂ ਮੇਰਾ ਪੰਥ ਹੋਲੇ ਮਹੱਲੇ ਦਾ ਸਮਾਗਮ ਮਨਾਉਣ ਲਈ ਸ੍ਰੀ ਆਨੰਦਪੁਰ ਸਾਹਿਬ ਆਵੇਗਾ, ਜ਼ਾਹੋ ਜਲਾਲ ਸਹਿਤ ਮੇਰਾ ਪੰਥ ਜਦੋਂ ਮਹੱਲੇ ਤੇ ਚੜੇਗਾ ਨਿਸ਼ਾਨਾ ਨਗਾਰਿਆਂ ਸਮੇਤ, ਉਸ ਵੇਲੇ ਆਪਣੇ ਪੰਥ ਵਿੱਚ ਅਸੀਂ ਵੀ ਆਇਆ ਕਰਾਂਗੇ, ਸਾਡੇ ਸਾਹਿਬਜ਼ਾਦੇ ਵੀ ਆਇਆ ਕਰਨਗੇ। ਸਤਿ ਸ੍ਰੀ ਅਕਾਲ।
ਮਹਾਰਾਜ ਗਰੀਬ ਨਵਾਜ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਤੋਂ ਟੁਰੇ ਨੇ, ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਵੱਧ ਰਹੇ ਨੇ। ਦੁਸ਼ਮਣਾਂ ਨੇ ਜਿਨ੍ਹਾਂ ਪਹਿਲਾਂ ਕਸਮਾਂ ਖਾਧੀਆਂ ਸਨ, ਕਸਮਾਂ ਖਾਧੀਆਂ ਸੀ ਜੀ ਅਸੀਂ ਤੁਹਾਡੇ ਤੇ ਕੋਈ ਹਮਲਾ ਨਹੀਂ ਕਰਾਂਗੇ। ਗੁਰਦੇਵ ਨੂੰ ਇਹਨਾਂ ਦੀ ਕਸਮ ਤੇ ਕਿਸੇ ਵੀ ਪ੍ਰਕਾਰ ਦਾ ਯਕੀਨ ਨਹੀਂ ਸੀ। ਇਹਨਾਂ ਸਭ ਨੇ ਆਪਣੀਆਂ ਕਸਮਾਂ ਅੱਜ ਤੋੜ ਦਿੱਤੀਆਂ। ਹਮਲਾ ਕਰਨ ਲੱਗੇ, ਰਾਤ ਦਾ ਹਨੇਰਾ ਹੈ, ਭਿਆਨਕ ਗਹਿ ਗੱਚ ਜੰਗ ਹੋ ਰਿਹਾ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੁਸ਼ਮਣ ਦਲ ਦੇ ਸਾਹਮਣੇ ਤਖਤਿਆਂ ਵਾਂਗੂ ਅੜ ਗਏ ਨੇ ਔਰ ਵੈਰੀ ਨੂੰ ਰੋਕੀ ਖੜੇ ਨੇ। ਜਿਸ ਪ੍ਰਕਾਰ ਨਾਲ ਜੰਗ ਲੜਦਿਆਂ ਲੜਦਿਆਂ ਆਨੰਦਪੁਰ ਸਾਹਿਬ ਤੋਂ ਜਾ ਰਹੇ ਨੇ, ਆਓ ਗੁਰੂ ਖਾਲਸਾ ਜੀ ਮਨ ਬਿਰਤੀਆਂ ਇਕਾਗਰ ਕਰਕੇ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਦਾ ਪਾਵਨ ਇਤਿਹਾਸ ਸਰਵਣ ਕਰੀਏ, ਜਿਨ੍ਹਾਂ ਲਈ ਹਰਖ ਸੋਗ ਦੁੱਖ ਸੁੱਖ ਸਾਰਾ ਇੱਕ ਸਮਾਨ ਹੈ। ਜੋ ਇਸ ਅਵਸਥਾ ਦੇ ਵਿੱਚ ਝੂਲਦੇ ਨੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਣਾ, ਸੁਖ ਸਨੇਹ ਹਰ ਭੈ ਨਹੀਂ ਜਾਕੈ, ਕੰਚਨ ਮਾਟੀ ਮਾਨਣਾ। ਇਹ ਅਵਸਥਾ ਖੁਦ ਮੇਰੇ ਸਾਹਿਬ ਦੀ ਆਪਣੀ ਅਵਸਥਾ ਹੈ। ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਕੇਂਦਰਿਤ ਕਰੋ, ਗੁਰੂ ਚਰਨਾਂ ਵਿੱਚ ਹਾਜ਼ਰੀਆਂ ਲਵਾਓ, ਗੱਜ ਵੱਜ ਕੇ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕੀਰਤਪੁਰ ਕੋ ਉਲੰਘ ਕੇ ਪੁਨ ਆਏ ਨਿਰਮੋਹ। ਮਹਾਰਾਜ ਗਰੀਬ ਨਵਾਜ ਪਾਤਸ਼ਾਹ ਜੀ ਕੀਰਤਪੁਰ ਸਾਹਿਬ ਤੋਂ ਨਿਰਮੋਹਗੜ੍ਹ ਸਾਹਿਬ ਵਾਲੀ ਜਿਹੜੀ ਜਗ੍ਹਾ ਹੈ ਉਸ ਪਾਸੇ ਚੱਲ ਕੇ ਆਏ ਹਨ। ਮੁਗਲ ਪਠਾਨਨ ਆਏ ਕੈ ਲਰੇ ਲਖਿਓ ਤਬ ਤਰੋ। ਪਿੱਛੇ ਮੁਗਲਾਂ ਪਠਾਣਾ ਪਹਾੜੀਆਂ ਨੇ ਹਮਲਾ ਕਰ ਦਿੱਤਾ ਹੈ। ਮਹਾਰਾਜ ਜੀ ਜਾਣ ਗਏ ਨੇ ਕਿ ਇਹਨਾਂ ਨੇ ਵੱਡਾ ਧਰੋਹ ਕੀਤਾ ਹੈ। ਪਾਤਸ਼ਾਹ ਪਹਿਲਾਂ ਹੀ ਜਾਣਦੇ ਸੀ ਵੀ ਇਹ ਆਪਣੀਆਂ ਕਸਮਾਂ ਤੋੜਨਗੇ, ਪਰ ਹੁਣ ਸਾਫ਼ ਹੋ ਗਿਆ ਸਿੰਘਾਂ ਦੇ, ਜਿਨ੍ਹਾਂ ਨੂੰ ਪਹਿਲਾਂ ਥੋੜੀ ਬਹੁਤੀ ਸ਼ੱਕ ਦੀ ਬਿਰਤੀ ਸੀ ਵੀ ਇਹ ਸ਼ਾਇਦ ਨਾ ਕਰਨਗੇ ਹਮਲਾ, ਉਹਨਾਂ ਦਾ ਵੀ ਸ਼ੱਕ ਦੂਰ ਹੋ ਗਿਆ। ਇਹਨਾਂ ਨੇ ਧਰੋਹ ਕੀਤਾ, ਬੜਾ ਵੱਡਾ ਧਰੋਹ ਸੀ ਕਿ ਆਪਣਾ ਧਰਮ ਦੀਨ ਅਮਾਨ ਦੀਆਂ ਕਸਮਾਂ ਖਾਧੀਆਂ ਸਨ। ਇਹਨਾਂ ਨੇ ਧਰਮ ਗ੍ਰੰਥਾਂ ਦੀ ਵਰਤੋਂ ਕੀਤੀ ਸੀ। ਰਾਜਨੀਤਿਕ ਲੋਕਾਂ ਦੀ ਬਿਰਤੀ ਹੁੰਦੀ ਹੈ, ਲੋਕਾਂ ਦਾ ਯਕੀਨ ਲੈਣ ਵਾਸਤੇ ਧਰਮ ਗ੍ਰੰਥਾਂ ਦਾ ਵੀ ਇਹ ਆਸਰਾ ਲੈ ਲੈਂਦੇ ਹਨ ਆਪਣੀ ਮਰਜ਼ੀ ਮੁਤਾਬਕ। ਧਰਮ ਗ੍ਰੰਥਾਂ ਦੀ, ਕੁਰਾਨ ਆਦਿਕ ਦੀ ਕਸਮ ਖਾਧੀ ਸੀ ਇਹਨਾਂ ਨੇ, ਪਰ ਹੁਣ ਵੱਡਾ ਭਾਰੀ ਧਰੋਹ ਕੀਤਾ। ਸਾਰੀਆਂ ਕਸਮਾਂ ਇਹਨਾਂ ਮੁਗਲਾਂ ਪਠਾਣਾ ਨੇ ਤੋੜ ਦਿੱਤੀਆਂ ਹਨ। ਰਾਏ ਗੁਲਾਬਰ ਸ਼ਿਆਮ ਸਿੰਘ ਪਿਕ ਲਿਖ ਪਤਰਾ ਦੀਨ। ਬਾਬਾ ਗੁਲਾਬ ਸਿੰਘ ਜੀ ਔਰ ਬਾਬਾ ਸ਼ਿਆਮ ਸਿੰਘ ਜੀ ਜੋ ਬਾਬਾ ਸੂਰਜਮਲ ਸਾਹਿਬ ਦੇ ਪੋਤਰੇ ਸਨ, ਇਹ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਬਚਪਨ ਦੇ ਸਾਥੀ ਸਨ। ਇਹ ਕੀਰਤਪੁਰ ਸਾਹਿਬ ਦੇ ਵਿੱਚ ਇਹਨਾਂ ਦਾ ਨਿਵਾਸ ਸੀ, ਪਰ ਹੁਣ ਇੱਥੇ ਇਹਨਾਂ ਦਾ ਰਹਿਣਾ ਔਖਾ ਸੀ। ਕਲਗੀਧਰ ਜੀ ਨੇ ਆਪਣੇ ਹੱਥਾਂ ਦਾ ਲਿਖਿਆ ਹੋਇਆ ਇੱਕ ਹੁਕਮਨਾਮਾ, ਆਪਣੀ ਇੱਕ ਚਿੱਠੀ ਜਿਹਦੇ ਤੇ ਆਪਣੀ ਮੋਹਰ ਲਾ ਕੇ ਦਸਤਖਤ ਕਰਕੇ ਗਰੀਬ ਨਵਾਜ ਸਾਹਿਬ ਜੀ ਨੇ ਇਹਨਾਂ ਨੂੰ ਬਖਸ਼ੀ। ਜਾਓ ਰਾਜ ਸਿਰ ਮੋਰ ਕੇ ਮਿਲੋ ਭੂਪ ਤਬ ਚੀਨ। ਪਾਤਸ਼ਾਹ ਨੇ ਬਚਨ ਕੀਤਾ ਬਾਬਾ ਗੁਲਾਬ ਸਿੰਘ ਤੇ ਬਾਬਾ ਸ਼ਾਮ ਸਿੰਘ ਜੀ ਨੂੰ ਕਿ ਤੁਸੀਂ ਇਹ ਸਾਡੇ ਹੱਥਾਂ ਦੀ ਲਿਖੀ ਹੋਈ ਚਿੱਠੀ ਲੈ ਕੇ ਜਾਓ ਸਿਰਮੌਰ ਰਿਆਸਤ ਵਿੱਚ। ਆ ਪੌਂਟਾ ਸਾਹਿਬ ਦਾ ਜਿਤਨਾ ਇਲਾਕਾ ਹੈ ਇਹ ਸਿਰਮੌਰ ਰਿਆਸਤ ਕਹੀ ਜਾਂਦੀ। 22 ਧਾਰ ਦੀਆਂ ਰਿਆਸਤਾਂ ਚੋਂ ਇੱਕ ਰਿਆਸਤ ਸਿਰਮੌਰ ਹੈ। ਹੁਣ ਵੀ ਸਿਰਮੌਰ ਜ਼ਿਲ੍ਹਾ ਵੀ ਹੈ,
ਤੋ ਉਸ ਵਕਤ ਮਹਾਰਾਜ ਜੀ ਨੇ ਚਿੱਠੀ ਲਿਖ ਕੇ ਭੇਜੀ ਕਿ ਤੁਸੀਂ ਸਿਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਦੇ ਕੋਲ ਸਾਡੀ ਇਹ ਚਿੱਠੀ ਲੈ ਕੇ ਚਲੇ ਜਾਓ, ਕਿਉਂਕਿ ਇਹਨਾਂ ਦਾ ਇੱਥੇ ਰਹਿਣਾ ਠੀਕ ਨਹੀਂ ਸੀ। ਦੁਸ਼ਮਣਾਂ ਦੀ ਘੇਰਾਬੰਦੀ ਸੀ, ਇਹਨਾਂ ਦਾ ਨੁਕਸਾਨ ਕਰ ਸਕਦੇ ਸਨ। ਇਸ ਕਰਕੇ ਗੁਰਦੇਵ ਨੇ ਦੂਰ ਅੰਦੇਸ਼ੀ ਬਿਰਤੀ ਨਾਲ ਸਭ ਦੀ ਵੰਡ ਕਰ ਦਿੱਤੀ, ਪਰਿਵਾਰ ਵੀ ਵੰਡ ਦਿੱਤਾ ਸੀ, ਵੱਖੋ ਵੱਖਰਾ ਕਰ ਦਿੱਤਾ ਸੀ। ਤੋ ਇਹਨਾਂ ਨੂੰ ਮਹਾਰਾਜ ਜੀ ਨੇ ਚਿੱਠੀ ਦੇ ਕੇ ਸਿਰਮੌਰ ਰਿਆਸਤ ਵੱਲ ਭੇਜਿਆ ਹੈ। ਤੁਰਕਨ ਸੰਗ ਵਿਰੋਧ ਹਮ ਏ ਭੇਜੇ ਤੁਮ ਪਾਸ। ਚਿੱਠੀ 'ਚ ਮਹਾਰਾਜ ਜੀ ਨੇ ਰਾਜੇ ਮੇਦਨੀ ਪ੍ਰਕਾਸ਼ ਨੂੰ ਲਿਖ ਕੇ ਭੇਜਿਆ, ਰਾਜਾ ਮੇਦਨੀ ਪ੍ਰਕਾਸ਼ ਇਹ ਸਾਡੇ ਭਤੀਜੇ ਹਨ। ਬਾਬਾ ਗੁਲਾਬ ਰਾਏ ਤੇ ਬਾਬਾ ਸ਼ਿਆਮ ਰਾਏ ਅੰਮ੍ਰਿਤ ਛਕ ਕੇ ਗੁਲਾਬ ਸਿੰਘ ਸ਼ਿਆਮ ਸਿੰਘ ਹੋ ਗਏ ਸਨ। ਸਾਡਾ ਤੁਰਕਾਂ ਨਾਲ ਵੱਡਾ ਭਾਰੀ ਵਿਰੋਧ ਹੈ, ਤੁਸੀਂ ਜਾਣਦੇ ਹੋ। ਇਹਨਾਂ ਦਾ ਕੋਈ ਨੁਕਸਾਨ ਨਾ ਹੋਵੇ ਸਾਡੇ ਕਰਕੇ, ਇਸ ਕਰਕੇ ਅਸੀਂ ਇਹਨਾਂ ਦੋਨਾਂ ਭਰਾਵਾਂ ਨੂੰ ਤੁਹਾਡੇ ਕੋਲ ਭੇਜ ਰਹੇ ਹਾਂ। ਦਿਓ ਗ੍ਰਾਮ ਸੇਵੋ ਇਨੋ ਬਾਸੇ ਕਰੇ ਆਵਾਸ। ਇਹਨਾਂ ਨੂੰ ਕੋਈ ਇੱਕ ਦੋ ਪਿੰਡ ਜਿੰਨਾ ਕੋ ਤੁਸੀਂ ਯੋਗ ਸਮਝੋ ਉਹ ਇਹਨਾਂ ਨੂੰ ਦੇ ਦਿਓ, ਰਿਆਸਤ ਵਜੋਂ ਜਾਂ ਜਗੀਰ ਵਜੋਂ। ਜਿੱਥੇ ਕੁਝ ਸਮਾਂ ਜਿਹੜਾ ਔਖਾ ਵੇਲਾ ਹੈ, ਇਹਨਾਂ ਤੁਰਕਾਂ ਦਾ ਬੋਲਬਾਲਾ ਹੈ, ਉਹਨਾਂ ਕੋ ਸਮਾਂ ਇਹਨਾਂ ਤੋਂ ਬਚਣ ਵਾਸਤੇ ਇੱਕ ਅੱਧਾ ਪਿੰਡ ਇਹਨਾਂ ਨੂੰ ਦੇ ਦਿਓ, ਜਿੱਥੇ ਜਾ ਕੇ ਰਹਿ ਜਾਣ, ਆਪਣਾ ਨਿਵਾਸ ਕਰ ਲੈਣ। ਲਈ ਲਿਖਤ ਨ੍ਰਿਪਟਿਗ ਗਏ ਗੁਰ ਕੋ ਲਿਖਿਓ ਪਛਾਨ। ਬਾਬਾ ਗੁਲਾਬ ਰਾਏ ਜੀ ਔਰ ਬਾਬਾ ਸ਼ਿਆਮ ਰਾਏ ਜੀ ਦੋਨਾਂ ਭਰਾਵਾਂ ਨੇ ਮਹਾਰਾਜ ਜੀ ਦੀ ਲਿਖਤ ਲਈ, ਲਿਖਤ ਲੈ ਕਰਕੇ ਸਿਰਮੌਰ ਚਲੇ ਗਏ। ਰਾਜੇ ਮੇਦਨੀ ਪ੍ਰਕਾਸ਼ ਨੂੰ ਜਾ ਕੇ ਮਿਲੇ। ਗ੍ਰਾਮ ਦਿਓ ਗਿਰਵੀ ਤਬੇ ਬਸੇ ਤਿਸੀ ਸਥਾਨ। ਉਸ ਵੇਲੇ ਮਹਾਰਾਜ ਜੀ ਦੇ ਹੱਥਾਂ ਦੀ ਚਿੱਠੀ ਪੜ੍ਹ ਕੇ ਰਾਜੇ ਮੇਦਨੀ ਪ੍ਰਕਾਸ਼ ਨੇ ਇੱਕ ਗਿਰਵੀ ਨਾਮ ਦਾ ਪਿੰਡ ਆ ਉਧਰ ਪਹਾੜਾਂ ਵਿੱਚ, ਉਹ ਪਿੰਡ ਬਾਬਾ ਗੁਲਾਬ ਰਾਏ ਤੇ ਸ਼ਾਮ ਸਿੰਘ ਜੀ ਹੋਣਾ ਨੂੰ ਬਖਸ਼ ਦਿੱਤਾ, ਦੇ ਦਿੱਤਾ ਰਹਿਣ ਵਾਸਤੇ। ਇਹ ਦੋਵੇਂ ਭਰਾ ਪਰਿਵਾਰਾਂ ਸਮੇਤ ਉੱਥੇ ਜਾ ਕੇ ਗਿਰਵੀ ਨਾਮ ਦੇ ਪਿੰਡ 'ਚ ਰਹਿਣ ਲੱਗੇ। ਨਰਾਜ ਚੰਦ ਗੁਰੂ ਗੋਬਿੰਦ ਸਿੰਘ ਜੀ ਖਰੇ ਕਛੂਕ ਹੋਏ ਕੈ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜਦੋਂ ਥੋੜਾ ਜਿਹਾ ਚੱਲ ਕੇ ਅੱਗੇ ਆ ਗਏ, ਕੀਰਤਪੁਰ ਸਾਹਿਬ ਤੋਂ ਥੋੜਾ ਜਿਹਾ ਟੱਪੇ ਨੇ, ਤਾਂ ਦਇਆਨੰਦ ਸੁਆਮੀ ਜੀ ਖਲੋ ਗਏ ਹਨ। ਲੜੇ ਪਿਚਾਰ ਆਨ ਕੈ ਸੁਨੰਤ ਨਾਦ ਜੋਏ ਕੈ। ਪਿਛਲੇ ਪਾਸਿਓਂ ਦੁਸ਼ਮਣ ਨੇ ਹਮਲਾ ਕੀਤਾ ਸੀ, ਰਾਤ ਦਾ ਵੇਲਾ ਹੈ, ਲੜਾਈ ਦੀ ਆਵਾਜ਼ ਆ ਰਹੀ ਹੈ, ਗੋਲੀਆਂ ਦੇ ਚੱਲਣ ਦੀ, ਮਾਰ ਬਕਾਰੇ ਦੀ, ਸੂਰਮਿਆਂ ਦੀ ਆਵਾਜ਼ ਮਹਾਰਾਜ ਜੀ ਕੋਲ ਆ ਰਹੀ ਹੈ। ਮਨਿੰਦ ਟੀਡ ਬ੍ਰਿੰਦ ਕੇ ਬਿਲੰਦ ਸ਼ੋਰ ਕਾਲਿਓ। ਟਿੱਡੀ ਦਲ ਨਹੀਂ ਹੁੰਦਾ ਜਿਵੇਂ ਆ ਟਿੱਡੀਆਂ ਦਾ ਦਲ ਆਉਂਦਾ, ਵੇਖਿਆ ਪਿੱਛੇ ਜੀ ਵੀ ਟਿੱਡੀਆਂ ਆ ਗਈਆਂ ਸਨ ਕੁਝ ਖੇਤਾਂ ਵਿੱਚ, ਕੁਝ ਇਲਾਕਿਆਂ ਵਿੱਚ। ਕਹਿੰਦੇ ਜਿਵੇਂ ਉਹ ਟਿੱਡੀ ਦਲ ਹੁੰਦਾ, ਏਦਾਂ ਟਿੱਡੀ ਦਲ ਵਾਂਗੂ ਦੁਸ਼ਮਣਾਂ ਦੀ ਫੌਜ ਸੀ ਜਿਹੜੀ ਪਿੱਛੋਂ ਚੜ ਕੇ ਆ ਰਹੀ ਹੈ। 10 ਲੱਖ ਦੀ ਗਿਣਤੀ ਸੀ, ਕੋਈ ਥੋੜਾ ਨਹੀਂ ਹੁੰਦਾ 10 ਲੱਖ ਬੰਦਾ। ਕਹਿੰਦੇ ਸਾਰੇ ਟਿੱਡੀ ਦਲ ਵਾਂਗੂ ਗੁਰੂ ਖਾਲਸੇ ਪੰਥ ਦੇ ਉੱਤੇ ਆਣ ਕੇ ਪੈ ਰਹੇ ਹਨ। ਤੁਫੰਗ ਚੋਰ ਚੋਰ ਕੈ ਅਗਾਉ ਪਾਉ ਡਾਲਿਓ। ਬੰਦੂਕਾਂ ਦੀਆਂ ਗੋਲੀਆਂ ਦਾਗ ਦਾਗ ਕੇ ਛੱਡ ਕੇ ਪੈਰ ਅਗਾਂਹ ਨੂੰ ਵਧਾਉਂਦੇ ਹਨ। ਸੁਨੰਤ ਨਾਦ ਜਾਨ ਕੈ ਤੁਖੇ ਪਲੀਤ ਹੇਰ ਕੈ। ਔਰ ਕਹਿੰਦੇ ਗੋਲੀਆਂ ਦੀ ਆਵਾਜ਼ ਸੁਣਾਈ ਦਿੰਦੀ ਆ ਕੜਾਕ ਦੇ ਕੇ, ਪਲੀਤੇ ਧੁਖਦੇ ਹਨ, ਉਹ ਧੁਖਦੇ ਹੋਏ ਪਲੀਤੇ ਦੂਰ ਤੱਕ ਦਿਸਦੇ ਹਨ। ਗਰੰਤ ਸੂਦ ਤਾਏ ਔਰ ਗੋਰ ਛੋਰ ਟੇਰ ਕੈ। ਪਲੀਤੇ ਧੁਖਾ ਕੇ ਤੋੜਾ ਮੋੜ ਕੇ ਉਸੇ ਵਕਤ ਫੇਰ ਕਹਿੰਦੇ ਗੋਲੀਆਂ ਸਿੱਧੀਆਂ ਕਰਕੇ ਦਾਗ ਦੇ ਤੇ ਚਲਾਉਂਦੇ ਹਨ। ਅਜੀਤ ਸਿੰਘ ਪਾਏ ਰੋਪ ਠਾਂਡ ਗਾਡ ਹੋਏਓ। ਕਲਗੀਧਰ ਪਾਤਸ਼ਾਹ ਜੀ ਦੇ ਸਭ ਤੋਂ ਵੱਡੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਆਪਣੇ ਪੈਰ ਜਮਾ ਕੇ, ਰੋਪ ਕੇ ਦਾ ਮਤਲਬ ਹੁੰਦਾ ਵੀ ਪੈਰ ਜਮਾ ਕੇ ਦੁਸ਼ਮਣ ਦੇ ਸਾਹਮਣੇ ਪਰਪੱਕ ਹੋ ਕੇ ਖਲੋ ਗਏ ਹਨ। ਰੁਕੇ ਸੁਲੱਛ ਸੂਰਮੇ ਮਨੋ ਕਪਾਟ ਜੋਇਓ। ਜਿਹੜੇ ਲੱਖਾਂ ਦੀ ਗਿਣਤੀ 'ਚ ਟਿੱਡੀ ਦਲ ਦੁਸ਼ਮਣਾਂ ਦਾ ਦੌੜਿਆ ਆ ਰਿਹਾ ਸੀ ਨਾ,
ਉਹਨਾਂ ਨੂੰ ਬਾਬਾ ਅਜੀਤ ਸਿੰਘ ਜੀ ਨੇ ਇਸ ਤਰ੍ਹਾਂ ਰੋਕਿਆ ਜਿਵੇਂ ਕੋਈ ਵੱਡਾ ਦਰਵਾਜ਼ਾ ਬੰਦ ਕਰਕੇ ਨਹੀਂ ਰੋਕ ਦੇਈਦਾ ਕਿਸੇ ਨੂੰ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਬੱਜਰ ਕਪਾਟ ਵਾਂਗੂ ਅੱਗੇ ਖਲੋ ਗਏ ਨੇ। ਲੱਖਾਂ ਦੀ ਗਿਣਤੀ ਦੇ ਵੈਰੀਆਂ ਨੂੰ ਰੋਕ ਲਿਆ, ਉਹਨਾਂ ਨੂੰ ਵਧਣ ਨਹੀਂ ਦਿੱਤਾ। ਬਾਬਾ ਜੀ ਚਾਹੁੰਦੇ ਸਨ ਵੀ ਇਹਨਾਂ ਨੂੰ ਰੋਕ ਕੇ ਰੱਖੀਏ, ਇੰਨੇ ਨੂੰ ਵਹੀਰ ਤੇ ਸਤਿਗੁਰੂ ਜੀ ਅੱਗੇ ਦੂਰ ਤੱਕ ਨਿਕਲ ਜਾਣ, ਕਿਉਂਕਿ ਸਾਹਿਬ ਦੇ ਨਾਲ ਵਹੀਰ ਵੀ ਸੀ, ਨਗਰ ਦੇ ਲੋਕ ਵੀ ਸਨ, ਉਹਨਾਂ ਦਾ ਕੋਈ ਨੁਕਸਾਨ ਨਾ ਹੋਵੇ। ਤੇ ਲੱਖਾਂ ਦੀ ਗਿਣਤੀ ਵਿੱਚ ਦੁਸ਼ਮਣਾਂ ਨੂੰ ਬਾਬਾ ਅਜੀਤ ਸਿੰਘ ਜੀ ਨੇ ਇਸ ਤਰ੍ਹਾਂ ਰੋਕਿਆ ਜਿਵੇਂ ਕੋਈ ਮਜ਼ਬੂਤ ਦਰਵਾਜ਼ਾ ਅੱਗੇ ਭੇੜ ਦੇਈਦਾ, ਬੰਦ ਕਰ ਦੇਈਦਾ ਹੈ। ਕਿਦੋਂ ਪ੍ਰਵਾਹ ਨੀਰ ਕੋ ਪਹਾੜ ਹੋਏ ਰੋਕਿਓ। ਜਾਂ ਇਸ ਤਰ੍ਹਾਂ ਕਹਿ ਲਈਏ ਵੀ ਜਿਵੇਂ ਪਾਣੀ ਦਾ ਹੜ੍ਹ ਨਹੀਂ ਆਉਂਦਾ ਤੇ ਪਾਣੀ ਦੇ ਹੜ੍ਹ ਨੂੰ ਅੱਗੋਂ ਰੋਕਣ ਵਾਸਤੇ ਜਿਵੇਂ ਕੋਈ ਪਹਾੜ ਰੱਖ ਦਈਏ ਤੇ ਪਹਾੜ ਨਾਲ ਪਾਣੀ ਨੂੰ ਰੋਕ ਲਈਏ। ਦੁਸ਼ਮਣਾਂ ਦੀ ਜਿਹੜੀ ਦਲ ਦੀ ਫੌਜ ਸੀ ਨਾ, ਉਹ ਪਾਣੀ ਦੇ ਪ੍ਰਵਾਹ ਵਾਂਗੂ ਸੀ ਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਅੱਗੇ ਪਹਾੜ ਬਣ ਕੇ ਖਲੋ ਗਏ ਨੇ ਇਹਨਾਂ ਨੂੰ ਰੋਕਣ ਵਾਸਤੇ। ਹਾਂਜੀ। ਵਿਸਾਲ ਜੰਗ ਮੰਡ ਕੇ ਖਰੇ ਕਰੇ ਬਿਲੋਕਿਓ। ਔਰ ਬੜਾ ਭਿਆਨਕ ਜੰਗ ਕੀਤਾ ਬਾਬਾ ਅਜੀਤ ਸਿੰਘ ਜੀ ਨੇ। ਖਲੋ ਕੇ ਵੇਖਦੇ ਨੇ ਦੁਸ਼ਮਣ ਵੀ, ਔਰ ਬਾਬਾ ਅਜੀਤ ਸਿੰਘ ਜੀ ਵੀ ਪੈਰ ਅੜਾ ਕੇ ਧਰਤੀ ਤੇ ਜਿਵੇਂ ਕੋਈ ਰਣ ਥੰਭ ਗੱਡਿਆ ਹੁੰਦਾ ਨਾ, ਏਦਾਂ ਖਲੋ ਕੇ ਦੁਸ਼ਮਣ ਨਾਲ ਲੜਦੇ ਨੇ, ਖਲੋ ਕੇ ਵੇਖਦੇ ਨੇ। ਸਮੂਹ ਹੂ ਦੇਤੇ ਨਾ ਖੇਤ ਸਿੰਘ ਛੋਰਿਓ। ਨਾਲ ਦੇ ਸਾਰੇ ਸਾਥੀਆਂ ਨੂੰ ਬਾਬਾ ਅਜੀਤ ਸਿੰਘ ਜੀ ਹੱਲਾਸ਼ੇਰੀ ਦਿੰਦੇ ਹਨ। ਉਧਰੋਂ ਦੁਸ਼ਮਣ ਵੀ ਹੱਲਾਸ਼ੇਰੀ ਦਿੰਦੇ ਨਾਲ ਦੇ ਸਾਥੀਆਂ ਨੂੰ, ਅੱਗੇ ਵਧੋ, ਕੀ ਗੱਲ ਹੋ ਗਈ, ਟੁਰਦੇ ਨਹੀਂ, ਅੱਗੇ ਕੋਈ ਦਰਵਾਜ਼ਾ ਲੱਗ ਗਿਆ। ਉਹ ਕਹਿੰਦੇ ਵੀ ਦਰਵਾਜ਼ਾ ਤੇ ਖਬਰੇ ਟੁੱਟ ਜਾਏ, ਪਰ ਜਿਹੜਾ ਦਰਵਾਜ਼ਾ ਹੁਣ ਸਾਡੇ ਸਾਹਮਣੇ ਖੜਿਆ ਇਹ ਤੋੜਨਾ ਔਖਾ ਹੋ ਰਿਹਾ ਹੈ ਬਾਬਾ ਅਜੀਤ ਸਿੰਘ ਦੇ ਰੂਪ ਵਿੱਚ। ਤੇ ਨਾਲ ਦੇ ਜਿਹੜੇ ਤੁਰਕਾਂ ਦੇ ਪਿੱਛੇ ਜਰਨੈਲ ਸੀ ਉਹ ਧੱਕਦੇ, ਅੱਗੇ ਵਧੋ ਵਧੋ, ਉਹ ਅੱਗੇ ਵਧਦੇ ਨਹੀਂ ਹਨ। ਸੜਾ ਸੜੀ ਤਤਾਰ ਚੇ ਪ੍ਰਹਾਰ ਬ੍ਰਿੰਦ ਮੋਰਿਓ। ਸੜਾ ਸੜੀ ਬੜੇ ਤਿੱਖੇ ਤਤਾਰ ਚੇ ਤੀਰ ਚੱਲਦੇ ਹਨ, ਔਰ ਕਹਿੰਦੇ ਬ੍ਰਿੰਦਾਂ ਦੇ ਬ੍ਰਿੰਦ ਤਤਾਰ ਚੇ ਤੀਰ ਟੁਰਦੇ ਨੇ, ਚੱਲਦੇ ਹਨ। ਸਮਾਨ ਸਰਪ ਫੂਕ ਤੇ ਸਰੀਰ ਫੋਰ ਪਾਰ ਹੋਏ। ਜਿਸ ਨੂੰ ਜਾ ਕੇ ਸੱਪ ਵੀ ਨਹੀਂ ਉੜੀ, ਜਿਵੇਂ ਉੱਡਣਾ ਸੱਪ ਜਾਂਦਾ, ਏਦਾਂ ਉੱਡਣੇ ਸੱਪ ਵਾਂਗੂ ਜਾਂਦੇ ਆ ਤੀਰ ਬਾਬਾ ਅਜੀਤ ਸਿੰਘ ਜੀ ਦੇ। ਜਿਸ ਨੂੰ ਜਾ ਕੇ ਵੱਜਦਾ ਉਹ ਤੀਰ ਵੱਜ ਕੇ ਉਹਦੇ ਚੋਂ ਪਾਰ ਨਿਕਲ ਜਾਂਦਾ ਹੈ। ਉੱਡਣਾ ਸੱਪ ਜਿਹਨੂੰ ਲੜੇ ਕਹਿੰਦੇ ਨਾਲ ਡਿੱਗ ਪੈਂਦਾ, ਉਹ ਤਾਂ ਸ਼ਾਇਦ ਹਾਲੇ ਥੋੜਾ ਸਮਾਂ ਤੜਫਦਾ ਹੋਵੇ, ਪਰ ਬਾਬਾ ਅਜੀਤ ਸਿੰਘ ਜੀ ਦਾ ਵੱਜਿਆ ਤੀਰ ਅਗਲੇ ਨੂੰ ਦੂਜਾ ਸਾਹ ਨਹੀਂ ਲੈਣ ਦਿੰਦਾ, ਧੜਮ ਦੇ ਕੇ ਜ਼ਮੀਨ ਦੇ ਉੱਤੇ ਡਿੱਗ ਪੈਂਦਾ ਹੈ। ਲਗੇ ਨਾ ਫੇਰ ਜੀਵ ਤੇ ਗਿਰੰਤ ਤੁੰਡ ਪਾਰ ਹੋਏ। ਜਿਹੜਾ ਇੱਕ ਵਾਰੀ ਜ਼ਮੀਨ ਤੇ ਮੂੰਹ ਭਰਨੇ ਹੋ ਕੇ ਡਿੱਗਦਾ ਉਹ ਮੁੜ ਕੇ ਨਹੀਂ ਜੀਵਦਾ ਰਹਿੰਦਾ, ਉਹ ਮੁੜ ਕੇ ਨਹੀਂ, ਉਹਦੇ ਸਰੀਰ 'ਚ ਪ੍ਰਾਣ ਚੱਲਦੇ, ਸਾਹ ਚੱਲਦੇ, ਮੂੰਹ ਭਰਨੇ ਸਿਰ ਭਰਨੇ ਡਿੱਗਦੇ ਹੀ ਤਿਸਦੇ ਪ੍ਰਾਣ ਨਿਕਲ ਜਾਂਦੇ ਨੇ। ਤਰਫੰਤ ਕੋ ਹੰਕਾਰ ਤੇ ਪੁਕਾਰ ਤੇ ਬਿਹਾਲ ਕੋ। ਤੜਫਦੇ ਨੇ ਕਈ ਹੋਰ ਸਿੰਘ ਵੀ ਲੜ ਰਹੇ ਨੇ, ਉਹਨਾਂ ਤੋਂ ਜ਼ਖਮ ਖਾ ਕੇ ਬਹੁਤ ਸਾਰੇ ਦੁਸ਼ਮਣ ਤੜਫਦੇ ਨੇ, ਤੜਫਦੇ ਹੋਏ ਹੰਕਾਰਾ ਮਾਰਦੇ ਨੇ। ਕਈਆਂ ਦੇ ਮਾੜੇ ਮਾੜੇ ਜੇ ਦਮ ਚੱਲਦੇ ਨੇ, ਜਿਵੇਂ ਘੋਰੜੂ ਵੱਜਦਾ ਹੁੰਦਾ ਨਾ ਮਰਨ ਤੋਂ ਪਹਿਲਾਂ, ਉਹ ਘੋਰੜੂ ਜਿਹਾ ਵੱਜਦਾ ਹੁੰਦਾ, ਗੁਰੜ ਗੁਰੜ ਕਰਕੇ ਸਾਹ ਦੀ ਆਵਾਜ਼ ਆਉਂਦੀ ਆ ਉਹਨਾਂ ਦੀ, ਪਰ ਨਹੀਂ ਸੁਣਦਾ ਕੋਈ। ਪੁਕਾਰਾਂ ਕਰਦੇ ਨੇ ਕਈ, ਆਵਾਜ਼ਾਂ ਮਾਰ ਦਿਓ ਸਾਨੂੰ ਚੁੱਕ ਲਓ, ਪਰ ਕੋਈ ਨਹੀਂ ਚੁੱਕਦਾ, ਉੱਥੇ ਮਿੱਟੀ ਵਿੱਚ ਹੀ ਪਏ ਬਿਹਾਲ ਹੋ ਕੇ ਡਿੱਗੇ ਹਨ। ਦਰੜੰਤ ਕੋ ਤੁਰੰਗ ਤੇ ਬਰੜੰਤ ਪਾਏ ਕਾਲ ਕੋ। ਕਹਿੰਦੇ ਕਈ ਘੋੜਿਆਂ ਦੇ ਪੈਰਾਂ ਥੱਲੇ ਹੀ ਦਰੜੇ ਜਾਂਦੇ ਹਨ, ਤੜਫਦੇ ਹੁੰਦੇ, ਆਵਾਜ਼ਾਂ ਮਾਰਦੇ, ਹੋਰ ਨਹੀਂ ਕੋਈ ਆਉਂਦਾ ਉਹਨਾਂ ਨੂੰ ਬਚਾਉਣ। ਘੋੜੇ ਪਹੁੰਚਦੇ, ਘੋੜਿਆਂ ਦੇ ਪੌੜਾਂ ਥੱਲੇ ਹੀ ਦਰੜੇ ਜਾਂਦੇ, ਤੇ ਦਰੜੇ ਹੋਏ ਚਿੱਥੇ ਚਿੱਥੇ ਪੁਕਾਰ ਪੁਕਾਰ ਕਰਕੇ ਮਰ ਜਾਂਦੇ ਨੇ, ਮੁੱਕ ਜਾਂਦੇ ਨੇ। ਗੁਰੂ ਸੁਨੰਦ ਸੂਰਮਾ ਹਠੀਲ ਜੰਗ ਖੇਤ ਕੋ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਜੋ ਬੜੇ ਸੂਰਮੇ ਨੇ, ਤੇ ਸੂਰਮੇ ਵੀ ਹਠੀਲੇ ਸੂਰਮੇ ਨੇ। ਹਠੀਲੇ ਸੂਰਮੇ ਦਾ ਮਤਲਬ, ਕਿਉਂਕਿ ਹੱਠ ਨਾਲ ਹੀ ਜੰਗ ਦੇ ਮੈਦਾਨ 'ਚ ਲੜ ਹੁੰਦਾ,
ਇਹ ਹਠੀਲੇ ਸੂਰਮੇ ਨੇ ਰਣ ਭੂਮੀ 'ਚ ਲੜਨ ਵਾਲੇ। अजीत सिंह नाम की सो लाज राख जेत को। ਨਾਮ ਅਜੀਤ ਸਿੰਘ ਹੈ ਤੇ ਆਪਣੇ ਨਾਂ ਦੀ ਲਾਜ ਹੀ ਰੱਖਦੇ ਆ ਵੀ ਮੈਂ ਜਿੱਤਿਆ ਨਹੀਂ ਜਾਣਾ ਦੁਸ਼ਮਣ ਕੋਲੋਂ। ਧੰਨ ਬਾਬਾ ਅਜੀਤ ਸਿੰਘ ਜੀ। ਭਾਈ ਸੰਤੋਖ ਸਿੰਘ ਜੀ ਕਹਿੰਦੇ ਅਜੀਤ ਸਿੰਘ ਨਾਮ ਕੀ ਸੋ ਲਾਜ ਰਾਖ ਜੇਤ ਕੋ। ਅਜੀਤ ਸਿੰਘ ਨਾਮ ਹੈ ਇਹਨਾਂ ਦਾ ਔਰ ਜਿੱਤਣ ਦੀ ਲਾਜ ਆਪਣੇ ਨਾਂ ਦੀ ਲਾਜ ਰੱਖਦੇ ਆ ਵੀ ਮੇਰਾ ਨਾਂ ਅਜੀਤ ਹੈ, ਵੀ ਜਿਹੜਾ ਜਿੱਤਿਆ ਨਹੀਂ ਜਾਣਾ ਦੁਸ਼ਮਣ ਕੋਲੋਂ ਪਰ ਦੁਸ਼ਮਣ ਨੂੰ ਜ਼ਰੂਰ ਜਿੱਤਣਾ ਹੈ। ਇਹ ਲਾਜ ਬਾਬਾ ਜੀ ਆਪਣੇ ਨਾਮ ਦੀ ਰੱਖਦੇ ਹਨ। बहीर दूर जाए कै पहुंचो संभार कै। ਬਾਬਾ ਜੀ ਇਸ ਕਰਕੇ ਖੜੇ ਨੇ ਦੁਸ਼ਮਣ ਦਲ ਦੇ ਸਾਹਮਣੇ ਤਖਤੇ ਬਣ ਕੇ, ਪਹਾੜ ਬਣ ਕੇ ਕਿ ਵਹੀਰ ਜਿਹੜਾ ਉਹ ਦੂਰ ਤੱਕ ਨਿਕਲ ਜਾਏ। ਉਹਨਾਂ ਚਿਰ ਦੁਸ਼ਮਣ ਨੂੰ ਰੋਕ ਕੇ ਰੱਖੀਏ ਤਾਂ ਜੋ ਵਹੀਰ ਦਾ ਕੋਈ ਨੁਕਸਾਨ ਨਾ ਹੋਵੇ। रिपून की न आंच लाग छेम ते पधार कै। ਕਿ ਦੁਸ਼ਮਣਾਂ ਦੀ ਤੱਤੀ ਵਾਹ ਵੀ ਵਹੀਰ ਨੂੰ ਨਾ ਲੱਗੇ ਔਰ ਜਿਹੜੀ ਵਾਹ ਉਹਨਾਂ ਵੱਲ ਚੱਲ ਰਹੀ ਜਾ ਕੇ ਵਧਣ ਵਾਸਤੇ ਉਸ ਵਾਹ ਨੂੰ ਅਸੀਂ ਰੋਕ ਲਈਏ ਆਪਣੇ ਤਨ ਦੇ ਉੱਤੇ। ਇਸ ਤਰ੍ਹਾਂ ਬਾਬਾ ਅਜੀਤ ਸਿੰਘ ਜੀ ਲੜਦੇ ਹਨ। गुरु गोबिंद सिंह जी सने सने पियान कै। ਉਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਹਿਜੇ ਸਹਿਜੇ ਚੱਲਦੇ, ਕਾਹਲੀ ਨਹੀਂ ਕਰਦੇ ਕਿ ਹਬੜਾ ਕੇ ਦੌੜਨਾ ਉਹਦੇ ਨਾਲ ਨੁਕਸਾਨ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਸਹਿਜੇ ਸਹਿਜੇ ਕਦਮ ਪੁੱਟਦੇ ਪਿੱਛੇ ਦੁਸ਼ਮਣ ਨੂੰ ਰੋਕਦਿਆਂ ਰੋਕਦਿਆਂ ਅੱਗੇ ਵਧਦੇ ਹਨ। सुनंत नाद जंग को तुफंग के महान कै। ਮਹਾਰਾਜ ਜੀ ਆਵਾਜ਼ ਸੁਣਦੇ ਨੇ, ਨਾਲ ਅੱਗੇ ਥੋੜਾ ਥੋੜਾ ਚੱਲਦੇ, ਕਦੇ ਰੁਕ ਜਾਂਦੇ ਨੇ। ਆਵਾਜ਼ ਸੁਣਦੇ ਨੇ, ਬੰਦੂਕਾਂ ਦੀਆਂ ਗੋਲੀਆਂ ਦੀ ਆਵਾਜ਼ ਚੱਲਦੀ ਹੈ, ਹੋਰ ਬਹੁਤ ਸਾਰੇ ਸ਼ਸਤਰਾਂ ਦੀ ਆਵਾਜ਼ ਆਉਂਦੀ ਹੈ ਚੱਲਣ ਦੀ। लरे सो कौन बूझियो समूह की संभाल लै। ਸਾਰਿਆਂ ਦੀ ਸੰਭਾਲ ਕਰਕੇ ਨਾ ਮਹਾਰਾਜ ਜੀ ਵੇਖ ਕੇ ਪਾਤਸ਼ਾਹ ਪੁੱਛਦੇ ਸਿੰਘਾਂ ਨੂੰ, ਕਹਿੰਦੇ ਭਾਈ ਪਿੱਛੇ ਲੜ ਕੌਣ ਰਿਹਾ ਦੁਸ਼ਮਣ ਦੇ ਨਾਲ, ਜਿਹੜੀਆਂ ਗੋਲੀਆਂ ਚੱਲ ਰਹੀਆਂ ਨੇ, ਮਾਰ ਬਕਾਰਾ ਹੋ ਰਿਹਾ ਹੈ, ਪਿੱਛੇ ਕਿਸ ਨੇ ਰੋਕਿਆ ਹੋਇਆ ਦੁਸ਼ਮਣਾਂ ਨੂੰ, ਕੌਣ ਲੜ ਰਿਹਾ ਦੁਸ਼ਮਣ ਦੇ ਸਾਹਮਣੇ ਖਲੋ ਕੇ। ਸਤਿਗੁਰੂ ਜੀ ਨੇ ਪੁੱਛਿਆ बिलंद वीर कौन है बिलोक रोक सार लै। ਮਹਾਰਾਜ ਜੀ ਕਹਿੰਦੇ ਕਿਹੜਾ ਵੱਡਾ ਸੂਰਮਾ ਯੋਧਾ ਜਿਹੜਾ ਪਿੱਛੇ ਦੁਸ਼ਮਣ ਨੂੰ ਰੋਕੀ ਖੜਾ, ਅੱਗੇ ਵਧਣ ਨਹੀਂ ਦੇ ਰਿਹਾ ਦੁਸ਼ਮਣ ਨੂੰ। ਕਲਗੀਧਰ ਪੁੱਛਦੇ ਕਿਹੜਾ ਵੱਡਾ ਸੂਰਮਾ ਯੋਧਾ ਜਿਹੜਾ ਪਿੱਛੇ ਦੁਸ਼ਮਣ ਨੂੰ ਰੋਕੀ ਖੜਾ, ਦੁਸ਼ਮਣ ਆ ਨਹੀਂ ਰਿਹਾ ਅੱਗੇ ਤਾਈਂ। ਵੇਖੋ ਦੇਰਾ ਖਲੋ ਕੇ ਚੰਗੀ ਤਰ੍ਹਾਂ ਧਿਆਨ ਨਾਲ ਵੇਖ ਕੇ ਆਓ। सोरठा टिब्बी श्याम स्थान ਠਾਂਡੇ ਪਏ ਵਿਚਾਰ ਕੈ। ਟਿੱਬੀ ਸਾਹਿਬ ਵਾਲੇ ਸਥਾਨ ਤੇ ਮਹਾਰਾਜ ਸੱਚੇ ਪਾਤਸ਼ਾਹ ਖਲੋਤੇ ਵਿਚਾਰਦੇ ਤੇ ਗੱਲਾਂ ਕਰ ਰਹੇ ਹਨ। ਸੰਗ ਨ ਪੁੱਤਰ ਮਹਾਨ ਜਾਣਿਓ ਤਿੰਨ ਰਣ ਕਾਲਿਓ। ਜਦੋਂ ਸਾਰਿਆਂ ਦੀ ਸੰਭਾਲ ਕੀਤੀ ਤੇ ਵੇਖਿਆ ਵੀ ਬਾਬਾ ਅਜੀਤ ਸਿੰਘ ਜੀ ਨਾਲ ਨਹੀਂ ਹਨ, ਜਦੋਂ ਸਾਰੇ ਸਿੰਘਾਂ ਨੂੰ ਵੇਖਿਆ ਵੀ ਬਾਬਾ ਅਜੀਤ ਸਿੰਘ ਜੀ ਨਾਲ ਨਹੀਂ ਹਨ, ਫਿਰ ਮਹਾਰਾਜ ਗੁਰੂ ਕਲਗੀਧਰ ਜੀ ਨੇ ਜਾਣਿਆ ਵੀ ਜਿਹੜਾ ਵੱਡਾ ਸੂਰਮਾ ਦੁਸ਼ਮਣ ਨੂੰ ਪਿੱਛੇ ਰੋਕੀ ਖੜਿਆ ਉਹ ਸਾਡਾ ਹੀ ਲਖਤੇ ਜਿਗਰ ਸਾਹਿਬ ਅਜੀਤ ਸਿੰਘ ਜੀ ਹਨ। ਹਾਂਜੀ। ਰਸਾਵਲ ਚੰਦ ਬੜੋ ਜੰਗ ਨਾਦੰ ਸੁਨਿਓ ਵੀਰ ਬਾਦੰ। ਬੜਾ ਭਿਆਨਕ ਜੰਗ ਦਾ ਨਾਦ ਸੁਣਾਈ ਦਿੰਦਾ, ਸੂਰਮਿਆਂ ਦਾ ਰੌਲਾ ਸੁਣਾਈ ਦਿੰਦਾ ਹੈ। ਖਰੇ ਆਪ ਹੋਏ ਟਿਗੈ ਸਿੰਘ ਜੋਏ। ਬਾਦਸ਼ਾਹ ਖਲੋ ਗਏ ਹਨ ਤੇ ਨਾਲ ਦੇ ਸਿੰਘ ਮਹਾਰਾਜ ਜੀ ਦੇ ਨਾਲ ਹਨ। ਰਖੇ ਰੋਕ ਬੀਰੰਗ ਤਾਰੀ ਪੁੱਤਰ ਤੀਰੰਗ। ਮਹਾਰਾਜ ਜੀ ਨੇ ਜਾਣਿਆ ਕਿ ਸੂਰਮਿਆਂ ਵਾਂਗੂ ਬਾਬਾ ਅਜੀਤ ਸਿੰਘ ਜੀ ਦੁਸ਼ਮਣ ਨੂੰ ਰੋਕ ਕੇ ਖੜੇ ਹਨ। ਸਹਾਈ ਸਿਧਾਵੋ ਚਲੇ ਮੇਲ ਆਵੋ। ਬਾਦਸ਼ਾਹ ਕਹਿਣ ਲੱਗੇ ਭਾਈ ਕਿਹੜਾ ਸਿੰਘ ਜਾਏਗਾ ਬਾਬਾ ਅਜੀਤ ਸਿੰਘ ਜੀ ਦੀ ਸਹਾਇਤਾ ਵਾਸਤੇ, ਕਿਉਂਕਿ ਉਹ ਪਿੱਛੇ ਇਕੱਲੇ ਘਿਰ ਗਏ ਨੇ, ਦੁਸ਼ਮਣ ਦੇ ਸਾਹਮਣੇ ਖਲੋਤੇ ਨੇ। ਕਿਹੜਾ ਸਿੰਘ ਮਦਦ ਲਈ ਸਹਾਇਤਾ ਹੇਤ ਵਾਸਤੇ ਜਾਵੇਗਾ ਔਰ ਉਹਨਾਂ ਨੂੰ ਆਪਣੇ ਨਾਲ ਮਿਲਾ ਕੇ ਲੈ ਕੇ ਆਵੇ। ਉਹਦੇ ਸਿੰਘ ਜੋਧਾ ਚਲਿਓ ਤਾਰ ਕਰੋਦਾ। ਭਾਈ ਸਾਹਿਬ ਭਾਈ ਉਦੇ ਸਿੰਘ ਜੀ ਹੱਥ ਜੋੜ ਕੇ ਮਹਾਰਾਜ ਜੀ ਦੇ ਸਨਮੁਖ ਆਏ, ਬੜੇ ਵੀਰ ਰਸ ਵਿੱਚ ਭਰੇ ਹੋਏ, ਕਹਿੰਦੇ ਪਾਤਸ਼ਾਹ ਮੈਂ ਜਾਵਾਂਗਾ। ਕਰੋ ਮੋਹਿ ਆਗਿਆ
ਜਹਾਂ ਜੁੱਧ ਜਾਗਿਆ। ਮਹਾਰਾਜ ਮੈਨੂੰ ਆਗਿਆ ਬਖਸ਼ੋ, ਜਿੱਥੇ ਜੰਗ ਦਾ ਮੈਦਾਨ ਭਖਿਆ ਹੋਇਆ ਹੈ, ਜਿੱਥੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦੁਸ਼ਮਣ ਦੇ ਸਾਹਮਣੇ ਖਲੋ ਕੇ ਲੜ ਰਹੇ ਨੇ, ਪਹੁੰਚੋ ਸੋ ਜਾਈ ਬਨੀ ਜੈਸਾਈ। ਮੈਂ ਉੱਥੇ ਜਾ ਕੇ ਪਹੁੰਚਾਂ, ਆਪ ਜੀ ਮੇਰੀ ਸਹਾਇਤਾ ਕਰੋ ਕਿ ਇੱਕ ਵਾਰ ਉੱਥੇ ਤੱਕ ਪਹੁੰਚ ਜਾਵਾਂ, ਤਾਂ ਜੋ ਬਾਬਾ ਅਜੀਤ ਸਿੰਘ ਜੀ ਨੂੰ ਮੈਂ ਉੱਥੋਂ ਆਪ ਜੀ ਵੱਲ ਭੇਜ ਸਕਾਂ। ਇਹ ਮੇਰੀ ਸਹਾਇਤਾ ਕਰੋ ਕਿ ਉਸ ਥਾਂ ਤੱਕ ਇੱਕ ਵਾਰੀ ਪਹੁੰਚ ਜਾਵਾਂ। ਸਪੁੱਤਰੰ ਤੁਹਾਰਾ ਜਹਾਂ ਓਜ ਭਾਰਾ। ਜਿੱਥੇ ਆਪ ਜੀ ਦੇ ਸਪੁੱਤਰ ਵੱਡੇ ਭਾਰੀ ਬਾਲਣ ਦੁਸ਼ਮਣ ਨੂੰ ਰੋਕ ਕੇ ਖੜੇ ਨੇ, ਮੇਰੀ ਇਹ ਸਹਾਇਤਾ ਕਰੋ ਕਿ ਮੈਂ ਉੱਥੇ ਤੱਕ ਚਲਾ ਜਾਵਾਂ। ਸੁਨੀ ਦਾਸ ਬਾਨੀ ਸੋ ਆਗਿਆ ਬਖਾਨੀ। ਆਪਣੇ ਸੇਵਕ ਦੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਨੇ ਆਗਿਆ ਬਖਸ਼ੀ ਭਾਈ ਉਦੇ ਸਿੰਘ ਜੀ ਨੂੰ। ਕਰੋ ਜੁੱਧ ਜਾਓ ਸਭੇ ਸ਼ਤਰੂ ਕਾਓ। ਆਖਿਆ ਜਾਓ ਭਾਈ ਉਦੇ ਸਿੰਘ ਜੀ, ਜਾ ਕੇ ਜੰਗ ਦੇ ਮੈਦਾਨ 'ਚ ਦੁਸ਼ਮਣਾਂ ਨੂੰ ਮਾਰ ਮੁਕਾਓ। ਬਨੇ ਬੇਈਮਾਨਾ ਸਫਾ ਹੋਏ ਹਾਨਾ। ਇਹ ਬੇਈਮਾਨ ਬਣ ਗਏ ਨੇ, ਇਹਨਾਂ ਬੇਈਮਾਨਾਂ ਦਾ ਤੁਸੀਂ ਸਫਾ ਉਠਾ ਦਿਓ, ਇਹਨਾਂ ਬੇਈਮਾਨਾਂ ਦੀ ਸਫਾ ਉੱਠ ਜਾਵੇ। ਪਹਾੜੀ ਨ੍ਰਿਪਾਲਾ ਮਹਾਮੂੜ ਜਾਲਾ। ਇਹ ਪਹਾੜੀਏ ਰਾਜੇ ਜਿਹੜੇ ਮਹਾਮੂਰਖ ਹਨ, ਤਿਨੋ ਧਰਮ ਨਾਸ਼ਾ ਕੋ ਕਰਮੰ ਪ੍ਰਕਾਸ਼ਾ। ਇਹਨਾਂ ਨੇ ਆਪਣਾ ਧਰਮ ਨਾਸ਼ ਕਰ ਲਿਆ, ਵੱਡਾ ਭਾਰੀ ਕੁਕਰਮ ਕਰਕੇ, ਭਾਵ ਝੂਠੀਆਂ ਕਸਮਾਂ ਖਾ ਕੇ ਤੋੜੀਆਂ ਹਨ। ਉਹਦੇ ਸਿੰਘ ਮਾਨੀ ਕਰੀ ਸਾਵਧਾਨੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਆਗਿਆ ਲੈ ਕੇ ਭਾਈ ਉਦੇ ਸਿੰਘ ਜੀ ਨੇ ਸਾਵਧਾਨੀ ਕੀਤੀ। ਹਟਿਓ ਵੀਰ ਪਾਰੀ ਕਰੰ ਚਾਪ ਤਾਰੀ। ਮਹਾਨ ਯੋਧੇ ਭਾਈ ਉਦੇ ਸਿੰਘ ਜੀ ਨੇ ਹੱਥ 'ਚ ਤਨਖ ਪਕੜਿਆ ਤੇ ਹਟੇ ਹਨ। ਲਏ ਤੀਰ ਤੀਕੇ ਫਨੀਚੈ ਸਰੀਕੇ। ਤਿੱਖੇ ਤਿੱਖੇ ਤੀਰ ਲਏ ਨੇ ਖਜ਼ਾਨੇ 'ਚੋਂ, ਔਰ ਇਹੋ ਜਿਹੇ ਤਿੱਖੇ ਤੀਰ ਜਿਹੜੇ ਫਨੀਅਰ ਨਾਗਾਂ ਵਾਂਗੂ ਉੱਡਣੇ ਸੱਪਾਂ ਵਾਂਗੂ ਹਨ। ਕਿਤੇ ਸਿੰਘ ਸੰਗੀ ਚਲੇ ਹੈ ਭੁਜੰਗੀ। ਮਹਾਰਾਜ ਜੀ ਭਾਈ ਉਦੇ ਸਿੰਘ ਜੀ ਦੇ ਨਾਲ ਕਈ ਭੁਜੰਗੀ ਸਿੰਘ, ਭੁਜੰਗੀ ਦਾ ਮਤਲਬ ਤਿਆਰ ਬਰ ਤਿਆਰ ਸਿੰਘ ਯੋਧੇ ਨਾਲ ਚੱਲੇ ਹਨ। ਜਹਾਂ ਸੈਨ ਰੋਕੀ ਦਿਸ਼ਾ ਸੋ ਬਿਲੋਕੀ। ਜਿਸ ਪਾਸੇ ਦੁਸ਼ਮਣਾਂ ਨੂੰ ਬਾਬਾ ਅਜੀਤ ਸਿੰਘ ਜੀ ਰੋਕ ਕੇ ਖੜੇ ਨੇ, ਉਸ ਪਾਸੇ ਨੂੰ ਗਏ ਹਨ। ਗੁਰੂ ਪਾਏ ਹੇਰੇ ਸੋ ਪਿਆਰੇ ਕਨੇਰੇ। ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵੱਲ ਵੇਖਿਆ ਭਾਈ ਉਦੇ ਸਿੰਘ ਜੀ ਨੇ, ਮਹਾਰਾਜ ਜੀ ਦੇ ਚਰਨਾਂ ਵੱਲ ਸੀਸ ਝੁਕਾਇਆ, ਨਮਸਕਾਰ ਕੀਤੀ ਹੈ। ਤਰਿਓ ਸੀਸ ਜਾਈ ਪਰਲੋਕੰ ਸਹਾਈ। ਔਰ ਸੀਸ ਮਹਾਰਾਜ ਜੀ ਦੇ ਚਰਨਾਂ 'ਚ ਰੱਖ ਕੇ ਬੇਨਤੀ ਕੀਤੀ, ਮਹਾਰਾਜ ਪਰਲੋਕ ਵਿੱਚ ਵੀ ਸਹਾਈ ਹੋਇਓ। ਲੋਕ ਵਿੱਚ ਤਾਂ ਕਹਿ ਦਿੱਤਾ, ਆਖਿਆ ਮਹਾਰਾਜ ਅੱਗੇ ਪਰਲੋਕ ਵਿੱਚ ਵੀ ਸਹਾਈ ਹੋਇਓ। ਗਹੋ ਬਾਹੂ ਮੇਰੀ ਪਰਿਓ ਸ਼ਰਨ ਤੇਰੀ। ਮਹਾਰਾਜ ਤੁਹਾਡੀ ਸ਼ਰਨ ਵਿੱਚ ਹਾਂ, ਮੇਰੀ ਬਾਹ ਫੜ ਲਿਓ। ਗੁਰੂ ਦੀਨ ਥਾਪੀ ਕਰੋ ਸ਼ਤਰੂ ਖਾਪੀ। ਥਾਪੜਾ ਦਿੱਤਾ ਭਾਈ ਉਦੇ ਸਿੰਘ ਨੂੰ, ਕਲਗੀਧਰ ਨੇ ਪਿੱਠ ਤੇ ਇਹਦਾ ਥਾਪਾ, ਗੁਰ ਥਾਪੀ ਦਿੱਤੀ ਕੰਡ ਜਿਓ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰ ਮਿਲਿਓ ਚਦਮਾਲੜਾ। ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਬਖਸ਼ਿਸ਼ ਲੈ ਕੇ ਥਾਪੀ ਲਈ ਤੇ ਗਰੀਬ ਨਵਾਜ ਸਾਹਿਬ ਜੀ ਨੇ ਆਖਿਆ, ਜਾਓ ਦੁਸ਼ਮਣਾਂ ਦਾ ਨਾਸ਼ ਕਰੋ ਉਦੇ ਸਿੰਘ ਜੀ। ਜਹਾਂ ਮੋਏ ਬਾਸਾ ਰਖੋ ਤੋਏ ਪਾਸਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਉਦੇ ਸਿੰਘ ਜੀ, ਜਿੱਥੇ ਮੇਰਾ ਵਾਸਾ ਹੈ ਉੱਥੇ ਸदैव ਹੀ ਤੁਹਾਨੂੰ ਆਪਣੇ ਪਾਸ ਰੱਖਾਂਗੇ, ਤੁਸੀਂ ਸदैव ਹੀ ਸਾਡੇ ਪਾਸ ਰਹੋਗੇ। ਤਾਰੋ ਮੋਰ ਧਿਆਨਾ ਜੁਜੋ ਸ਼ਤਰੂ ਹਾਨਾ। ਮੇਰਾ ਧਿਆਨ ਧਾਰਨ ਕਰਕੇ ਜੰਗ ਦੇ ਮੈਦਾਨ 'ਚ ਜੂਝ ਜਾਓ ਦੁਸ਼ਮਣਾਂ ਦਾ ਨਾਸ਼ ਕਰਕੇ। ਦੋਹਰਾ ਜਿਤ ਕਰ ਦੇ ਮੈਂ ਕਾਮਨਾ, ਪੰਥ ਸਰਦਾਰੀ ਪਾਏ। ਮਹਾਰਾਜ ਜੀ ਕਹਿੰਦੇ, ਜਿੰਨੇ ਸਿੰਘ ਜੰਗ ਦੇ ਮੈਦਾਨ 'ਚ ਇਸ ਵੇਲੇ ਕਾਮਨਾ ਧਾਰਨ ਕਰਕੇ ਮਰਨਗੇ, ਸ਼ਹੀਦ ਹੋਣਗੇ, ਉਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਪੰਥ ਦੀਆਂ ਸਰਦਾਰੀਆਂ ਮਿਲਣਗੀਆਂ। ਭੋਗੇ ਤਰਨੀ ਰਾਜ ਕੋ
ਮੋਏ ਮਿਲੇ ਪੁੰਨ ਆਏ। ਉਹ ਧਰਤੀ ਦਾ ਰਾਜ ਭੋਗਣ ਤੋਂ ਬਾਅਦ ਮੁੜ ਕੇ ਮੈਨੂੰ ਆ ਕੇ ਮਿਲਣਗੇ। ਰਸਾਵਲ ਛੰਦ ਜਿਤੇ ਮੋਏ ਸੰਗੀ ਲਰੇਂਗੇ ਪੁਚੰਗੀ। ਮਹਾਰਾਜ ਜੀ ਕਹਿੰਦੇ ਉਦੇ ਸਿੰਘ ਜੀ ਇਸ ਵੇਲੇ ਜਿੰਨੇ ਵੀ ਭੁਜੰਗੀ ਜਾਂ ਜਿੰਨੇ ਵੀ ਯੋਧੇ ਮੇਰੇ ਨਾਲ ਨੇ ਜਾਂ ਜਿਹੜੇ ਪਹਿਲਾਂ ਵੀ ਲੜੇ ਨੇ ਅੱਗੇ ਵੀ ਲੜਨਗੇ ਤੇ ਜਿੰਨੇ ਵੀ ਲੜ ਕੇ ਸ਼ਹੀਦੀਆਂ ਪਾਉਣਗੇ। ਬਨੇ ਤੂੰ ਪ੍ਰਧਾਨਾ ਭੋਗੇ ਸੁਖ ਨਾਨਾ। ਭਾਈ ਉਦੇ ਸਿੰਘ ਜੀ ਉਹਨਾਂ ਸਾਰੇ ਸ਼ਹੀਦਾਂ ਦਾ ਉਹਨਾਂ ਸਾਰੇ ਭੁਜੰਗੀ ਸ਼ਹੀਦਾਂ ਦੇ ਤੁਸੀਂ ਸਾਰਿਆਂ ਦੇ ਪ੍ਰਧਾਨ ਹੋਵੋਗੇ, ਜਥੇਦਾਰ ਹੋਵੋਗੇ। ਹਾਂਜੀ। ਬਰੰਗ ਐਸ ਦੀਨੋ ਮਹਾਮੋਦ ਕੀਨੋ। ਤੁਸੀਂ ਨਾਨਾ ਸੁਖ ਪ੍ਰਾਪਤ ਕਰੋਗੇ, ਐਸਾ ਵਰ ਮਹਾਰਾਜ ਜੀ ਨੇ ਭਾਈ ਉਦੇ ਸਿੰਘ ਜੀ ਨੂੰ ਬਖਸ਼ਿਆ। ਭਾਈ ਸਾਹਿਬ ਬੜੇ ਪ੍ਰਸੰਨ ਹੋਏ। ਨਮੋ ਕੀਨ ਚਾਲਾ ਸੋ ਜੋਦਾ ਬਿਸਾਲਾ। ਮਹਾਰਾਜ ਜੀ ਨੂੰ ਨਮਸਕਾਰ ਕਰਕੇ ਭਾਈ ਉਦੇ ਸਿੰਘ ਜੀ ਜੰਗ ਨੂੰ ਟੁਰੇ ਨੇ। ਜਿਸ ਪ੍ਰਕਾਰ ਨਾਲ ਭਾਈ ਉਦੇ ਸਿੰਘ ਜੀ ਲੜਨਗੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ 'ਚ ਸਰਵਣ ਕਰੋਗੇ। ਭਾਈ ਉਦੇ ਸਿੰਘ ਜੀ ਉਸ ਮਹਾਨ ਪਿਤਾ ਦੇ ਸਪੂਤ ਨੇ ਜਿਨ੍ਹਾਂ ਨੇ ਗੁਰੂ ਖਾਲਸੇ ਪੰਥ ਤੋਂ ਆਪਣਾ ਆਪਾ ਕੁਰਬਾਨ ਕੀਤਾ। ਬੰਦ ਕਟਾ ਕੇ ਸ਼ਹੀਦ ਭਾਈ ਮਨੀ ਸਿੰਘ ਜੀ ਉਹਨਾਂ ਦੇ ਸੁਪੁੱਤਰ ਸਨ ਭਾਈ ਉਦੇ ਸਿੰਘ ਜੀ। 10 ਭਰਾ ਸਨ ਭਾਈ ਉਦੇ ਸਿੰਘ ਜੀ ਦੇ ਔਰ 10 ਨੇ ਗੁਰੂ ਪਾਤਸ਼ਾਹ ਤੋਂ ਆਪਾ ਕੁਰਬਾਨ ਕਰਕੇ 10 ਭਰਾਵਾਂ ਨੇ ਸ਼ਹੀਦੀ ਪ੍ਰਾਪਤ ਕੀਤੀ। ਇਹ ਸ਼ਹੀਦਾਂ ਦਾ ਪਰਿਵਾਰ ਹੈ। ਐਸੇ ਮਹਾਨ ਸ਼ਹੀਦ ਭਾਈ ਉਦੇ ਸਿੰਘ ਜੀ ਤਿਨਾਂ ਦੇ ਪਾਵਨ ਚਰਨਾਂ ਵਿੱਚ ਨਮਸਕਾਰ ਨਮਾਮ ਹੈ। ਗੁਰੂ ਕਲਗੀਆਂ ਵਾਲੇ ਚੋਜੀ ਪ੍ਰੀਤਮ ਪਾਤਸ਼ਾਹ ਜੀ ਮਹਾਰਾਜ ਦਇਆਨੰਦ ਸੁਆਮੀ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਦੀਆਂ ਇੱਕ ਵਾਰ ਫਿਰ ਗੁਰੂ ਕੀਆਂ ਸਾਜੀਆਂ ਨਵਾਜੀਆਂ ਸੰਗਤਾਂ ਨੂੰ ਗੁਰੂ ਖਾਲਸੇ ਪੰਥ ਨੂੰ ਲੱਖ ਲੱਖ ਵਧਾਈਆਂ ਹੋਣ। ਬੇਨਤੀ ਹੈ ਗੁਰੂ ਖਾਲਸਾ ਜੀ, ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ 9ਵੇਂ ਪਾਤਸ਼ਾਹ ਦਇਆਨੰਦ ਸੁਆਮੀ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ 400 ਸਾਲਾ ਪ੍ਰਕਾਸ਼ ਪੁਰਬ ਦਿਹਾੜਾ ਆ ਰਿਹਾ ਹੈ 1 ਮਈ ਨੂੰ। ਉਹਦੇ ਸਬੰਧ ਵਿੱਚ ਗੁਰਮਤਿ ਸਮਾਗਮਾਂ ਦੀਆਂ ਲੜੀਆਂ ਪ੍ਰਾਰੰਭ ਹੋ ਚੁੱਕੀਆਂ ਨੇ। ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਵਿਖੇ 1 ਫਰਵਰੀ ਤੋਂ 10 ਫਰਵਰੀ ਤੱਕ ਤਕਰੀਬਨ ਲਗਾਤਾਰ 10 ਦਿਨ ਸਵੇਰੇ 10 ਵਜੇ ਤੋਂ ਲੈ ਕੇ 12 ਵਜੇ ਤੱਕ ਜੋ ਨਿਤਨੇਮ ਦੀਆਂ ਬਾਣੀਆਂ ਨੇ ਗੁਰੂ ਸਿੱਖਾਂ ਦੀਆਂ, ਉਹਨਾਂ ਬਾਣੀਆਂ ਦਾ ਪਾਠ ਬੋਧ ਸਮਾਗਮ ਹੋਵੇਗਾ। ਪਹਿਲਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਬੋਧ ਸਮਾਗਮ ਰੱਖਿਆ ਸੀ, ਪਰ ਸੰਗਤਾਂ ਦੀ ਮੰਗ ਆਈ ਸੀ ਕਿ ਉਹ ਕੁਝ ਸਮਾਂ ਅੱਗੇ ਕਰ ਦਿੱਤਾ ਜਾਵੇ ਜਦੋਂ ਛੁੱਟੀਆਂ ਦਾ ਸਮਾਂ ਹੋਵੇ। ਇਸ ਕਰਕੇ ਇਹ 10 ਦਿਨਾਂ ਦਾ ਸਮਾਗਮ ਰੱਖਿਆ ਗਿਆ ਹੈ। ਨਿਤਨੇਮ ਦੀ ਜਿਹੜੀ ਸੰਥਿਆ ਦਾ ਸਮਾਗਮ ਹੈ ਸਵੇਰੇ 10 ਤੋਂ 12 ਵਜੇ ਤੱਕ ਜਪਜੀ ਸਾਹਿਬ, ਜਾਪ ਸਾਹਿਬ, ਸਵਈਏ, ਚੌਪਈ ਸਾਹਿਬ, ਆਨੰਦ ਸਾਹਿਬ, ਰਹਿਰਾਸ ਸਾਹਿਬ, ਸੋਹਿਲਾ ਸਾਹਿਬ ਦੀ ਬਾਣੀ, ਸੁਖਮਣੀ ਸਾਹਿਬ ਜੀ ਦੀ ਬਾਣੀ, ਇਸੇ ਤਰ੍ਹਾਂ 9ਵੇਂ ਮਹੱਲੇ ਪਾਤਸ਼ਾਹ ਜੀ ਦੇ 9ਵੇਂ ਮਹੱਲੇ ਦੇ ਜੋ ਪਾਵਨ ਸ਼ਲੋਕ ਨੇ, ਇਹਨਾਂ ਬਾਣੀਆਂ ਦੀ ਸੰਥਿਆ ਦਾ ਪਾਠ ਬੋਧ ਸਮਾਗਮ 1 ਫਰਵਰੀ ਤੋਂ 10 ਫਰਵਰੀ ਤੱਕ ਹੋਵੇਗਾ। ਸਵੇਰੇ 10 ਤੋਂ 12 ਵਜੇ ਤੱਕ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੱਧ ਚੜ ਕੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰ ਕੇ, ਕਿਉਂਕਿ ਇਹ ਨਿਤਨੇਮ ਦੀਆਂ ਬਾਣੀਆਂ ਨੇ ਔਰ ਬਾਣੀਆਂ ਪੜ੍ਹਦਿਆਂ ਕਈ ਵਾਰ ਕੁਝ ਅੱਖਰ ਬਾਅਦ ਘਾਟ ਹੋ ਜਾਂਦਾ ਹੈ, ਬੋਧ ਨਹੀਂ ਹੁੰਦਾ ਲਗ ਮਾਤਰਾਵਾਂ ਦਾ, ਤੇ ਸੋਹਣਾ ਸਬੱਬ ਬਣਿਆ ਤੋ ਸ਼ੁੱਧ ਬਾਣੀ ਪੜ੍ਹਨ ਦੀ ਪ੍ਰੇਰਨਾ ਆਪ ਜੀ ਨੂੰ ਪ੍ਰਾਪਤ ਹੋਵੇਗੀ। ਆਪ ਜੀ ਨੇ ਇਹਨਾਂ ਸਮਾਗਮਾਂ ਵਿੱਚ ਹਾਜ਼ਰੀਆਂ ਭਰਨੀਆਂ ਹਨ ਔਰ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਹਨ। ਨਾਨਕਸਰ ਕੁਟੀਆ ਵਿਖੇ ਜੋ ਸਮਾਗਮ ਚੱਲ ਰਹੇ ਨੇ ਅੱਜ ਤੇ ਕੱਲ ਦੇ 2 ਦਿਨਾਂ ਦੇ ਸਮਾਗਮਾਂ ਵਿੱਚ ਭਾਈ ਗੁਰਪ੍ਰੀਤ ਸਿੰਘ ਜੀ, ਸੰਤ ਗਿਆਨੀ ਮਹਿੰਦਰ ਸਿੰਘ ਜੀ ਭੜੀ ਵਾਲੇ ਔਰ ਇਸੇ ਤਰ੍ਹਾਂ ਪ੍ਰੋਫੈਸਰ ਰਾਜਵਿੰਦਰ ਸਿੰਘ ਜੀ ਔਰ ਸੰਤ ਜੈਲ ਸਿੰਘ ਜੀ ਸ਼ਾਸਤਰੀ ਇਹ ਹਾਜ਼ਰੀਆਂ ਭਰਨਗੇ। ਰਾਤ ਨੂੰ 6:30 ਤੋਂ 9 ਵਜੇ ਤੱਕ ਦੇ ਇਹਨਾਂ ਸਮਾਗਮਾਂ ਵਿੱਚ ਆਪ ਜੀ ਹਾਜ਼ਰੀਆਂ ਭਰ ਕੇ ਗੁਰੂ ਦਾ ਸਰਵਣ ਕਰੋ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਹੈ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਏ ਨਿਰਗੁਣ ਸਭ ਟੇਕ ਗੋਬਿੰਦ ਹੈ ਗੁਣ ਨਿਧਾਨ ਕੇ ਸਦਾ ਬਵੇਕ ਹੈ ਅਪਰੰਪਰ ਹਰ ਹਰੇ ਹੈ ਪੀਓ ਅਣਿਆਰ ਸੰਤ ਕੈ ਸਦਾ ਸੰਗ ਨੀ ਧਾਰਾ ਆਧਾਰ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰਾਖੋ ਹੀ ਐ ਪਰੋਏ ਏ ਪ੍ਰਭ ਸ਼ਰਣਾਗਤੀ ਕਿਰਪਾ ਨਿਧ ਦਿਆਲ ਇਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਨਾਮ ਜਹਾਜ ਹੈ ਜੜੇ ਸੋ ਤੇਰੇ ਪਾਰ ਜੋ ਸ਼ਰਧਾ ਕਰ ਸੇਵੰਦੇ ਗੁਰ ਪਾਰੇ ਉਤਾਰ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।